ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਰਾਂ ਮਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਹ ਸਾਲ ਦੀ ਗਿਣਤੀ ਬਾਰੇ ਆਪਾਂ ਨੂੰ ਸਮਝਾ ਰਹੇ ਨੇ। ਜਿੰਨੀਆਂ ਵੀ ਪ੍ਰਚਲਿਤ ਮੱਤਾਂ ਪਹਿਲਾਂ ਚੱਲਦੀਆਂ ਆਈਆਂ ਨੇ, ਉਹ ਸੰਸਾਰੀ ਹੋਣ ਕਰਕੇ ਅਸੀਂ ਸੰਸਾਰੀ ਜੀਵ ਹਾਂ। ਸੰਸਾਰ ਨੇ ਸਾਡੇ ਧਰਮ ਕਰਮ ਜੁੜੇ ਹੋਏ ਨੇ। ਜੋ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਨੇ, ਇਹ ਅਪਾਰ ਦੁਨੀਆ ਦੀ ਗੱਲ ਹੈ। ਇਹ ਤੋਂ ਪਾਰ ਪਾਉਣਾ ਹੈ, ਮਾਇਆ ਤੋਂ ਪਾਰ ਦੀ ਗੱਲ ਹੈ। ਜਿੱਥੋਂ ਆਤਮਾ ਟੁੱਟ ਕੇ ਆਈ ਹੈ ਪ੍ਰਾਤਮਾ ਨਾਲੋਂ, ਆਪਦੇ ਮੂਲ ਹਰ ਦੀ ਗੱਲ ਹੈ। ਇਹ ਨਿਰਾਕਾਰ ਦੁਨੀਆ ਦੀ ਸੋਝੀ ਹੈ। ਇਹ ਗੁਰਬਾਣੀ ਤੋਂ ਬਿਨਾਂ ਨਹੀਂ ਆਪਾਂ ਨੂੰ ਮਿਲਣੀ। ਸਤਿਗੁਰ ਸਮਝਾਉਂਦੇ ਨੇ ਬਈ ਕੋਈ 1 ਮਹੀਨੇ ਦੇ ਵਿੱਚ ਨਹੀਂ ਨਿਧਾਨ ਹੁੰਦਾ ਹੈਗਾ ਵੀ ਤੁਸੀਂ 1 ਮਹੀਨੇ ਦੇ ਵਿੱਚ ਹੀ ਉਹਦੀ ਕਮਾਈ ਕਰਨੀ ਹੈ। 12 ਮਹੀਨਿਆਂ ਦੇ ਵਿੱਚ ਤੁਸੀਂ ਜੁੜ ਸਕਦੇ ਹੋ, 12 ਮਹੀਨੇ ਜੁੜ ਸਕਦੇ ਹੋ, ਕਦੋਂ ਵੀ ਜੁੜ ਸਕਦੇ ਹੋ। ਕਿਉਂਕਿ ਪ੍ਰਭ ਸਿਮਰਨ ਕੀ ਸਗਲੀ ਵੇਲਾ, ਸਤਿਗੁਰਾਂ ਦੇ ਵਚਨ ਨੇ। ਜਦੋਂ ਵੀ ਮਨ ਜਾਗ ਗਿਆ ਉਦੋਂ ਹੀ ਸਵੇਰਾ। ਜਿੰਨੀਆਂ ਪ੍ਰਚਲਿਤ ਮੱਤਾਂ ਨੇ, ਉਹਨਾਂ ਨੇ ਦਿਨਾਂ ਦੇ ਨਾਲ, ਤਿੱਥਾਂ ਦੇ ਨਾਲ, ਮਹੀਨਿਆਂ ਦੇ ਨਾਲ ਸੰਸਾਰ ਨੂੰ ਜੋੜਿਆ। ਜਿਵੇਂ ਸੰਗਰਾਂਦ, ਮੱਛਿਆ, ਪੁੰਨਿਆ ਜਿਹੜੀਆਂ ਆਉਂਦੀਆਂ ਨੇ, ਸਾਰੀਆਂ ਚੰਦਰਮੇ ਸੂਰਜ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਭਗਤ ਕਬੀਰ ਜੀ ਨੇ ਬਹੁਤ ਪਹਿਲਾਂ ਹੀ ਸਮਝਾ ਦਿੱਤੀ ਸੀ ਗੱਲ ਇਹ। 15 ਤਿੱਥ 7 ਵਾਰ ਕਹੋ ਕਬੀਰ ਔਰ ਵਾਰ ਨਾ ਪਾਰ। ਤਿੱਥਾਂ ਵਾਰਾਂ ਵਾਲੇ ਜਿਹੜੇ ਸਮੇਂ ਦੀ ਘਾਟ ਵੱਧ ਨਾਲ ਜੁੜੇ ਹੋਏ ਨੇ, ਇਹ ਬਹੁਤ ਪਹਿਲਾਂ ਹੀ ਭਗਤ ਕਬੀਰ ਜੀ ਸਮਝਾ ਗਏ ਸੀ। ਜਿੰਨੇ ਵੀ ਸਰੀਰ ਨਾਲ ਅਸੀਂ ਧਰਮ ਕਰਮ ਕਰਕੇ ਆਏ ਹਾਂ ਹੁਣ ਤੱਕ, ਇਹ ਤੋਂ ਗਾਂਹ ਜਿਹੜਾ ਸਾਡਾ ਸ਼ੁਰੂ ਹੋਣਾ ਵਾ, ਉਹ ਨਿਰਾਕਾਰ ਦੁਨੀਆ ਦਾ ਵਿਸ਼ਾ ਵਾ। ਜਿੱਥੋਂ ਆਤਮਾ ਟੁੱਟ ਕੇ ਆਈ, ਉਹ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁੱਖ ਲਹੇ ਮਲ। ਆਤਮਾ ਨੇ ਪ੍ਰਾਤਮਾ 'ਚ ਲੈ ਹੋਣਾ ਵਾ। ਇਹ ਵਿਛੜੀ ਹੋਈ ਹੈ, ਹੁਣ ਇਹਦੀ ਗਤੀ ਹੋਣੀ ਆ। ਜੋ ਜੋ ਜਪੈ ਤਿਸ ਕੀ ਗਤ ਹੋਏ। ਕੋਈ ਵੀ ਜਪ ਸਕਦਾ, 4 ਵਾਰ ਨਾ ਕੋ ਉਪਦੇਸ਼ ਸਾਂਝਾ। ਸਰਬ ਸਾਂਝੀ ਗੁਰਬਾਣੀ ਹੈ ਇਹ ਪ੍ਰੇਮਾ ਭਗਤੀ ਹੈ। ਇਹ ਪ੍ਰੇਮ ਦਾ ਵਿਸ਼ਾ ਹੈ। ਬਹੁਤ ਹੀ ਪ੍ਰੇਮ ਨਾਲ ਇਹ ਸਮਝਣੀ ਹੈ, ਫਿਰ ਇਹ ਸਮਝਾਉਣੀ ਹੈ। ਉਹੀ ਸੇਵਾ ਵਾ। ਇਹ ਤਾਂ ਪਹਿਲੇ ਹੀ ਨਹੀਂ ਸਮਝ ਆਉਂਦੀ। ਬਹੁਤ ਕਠਿਨ ਖੇਲ ਹੈ। ਕਹੋ ਨਾਨਕ ਇਹ ਖੇਲ ਕਠਿਨ ਹੈ, ਕਿਨੂੰ ਗੁਰਮੁਖ ਹੋਏ ਜਾਣਾ। ਇਹ ਤਾਂ ਉਹਦੀ ਕਿਰਪਾ ਰਹਿਮਤ ਨਾਲ ਸਮਝ ਆਉਣੀ। ਉਹ ਮਹੀਨਿਆਂ ਦੇ ਵਿੱਚ, ਦਿਨਾਂ ਦੇ ਵਿੱਚ, ਅੱਖਰਾਂ ਦੇ ਵਿੱਚ ਸਤਿਗੁਰਾਂ ਨੇ ਸਾਰਾ ਉਹਨੂੰ ਬ੍ਰਹਮ ਗਿਆਨ 'ਚ ਪਲਟਦਾ। ਸੰਸਾਰੀ ਪੱਖ ਸਮਝਾ ਕੇ, ਜਿਹੜਾ ਸੰਸਾਰੀ ਪੱਖ ਸਮਝਾਏ ਨੇ ਮਹੀਨਿਆਂ ਦੇ, ਸਾਲਾਂ ਦੇ, ਅੱਖਰਾਂ ਦੇ, ਉਹ ਮਾਇਆ ਤੋਂ ਪਾਰ ਸਮਝਾਉਣ ਖਾਤਰ ਸਾਨੂੰ ਨਿਰਾਕਾਰ ਦੁਨੀਆ ਨੂੰ। ਤਾਂ ਮਾਇਆ ਦਾ ਗਿਆਨ ਇਹਦੇ ਵਿੱਚ। ਇਹ ਮਾਇਆ ਦੇ ਗਿਆਨ ਤੋਂ ਬਿਨਾਂ ਸਮਝ ਹੀ ਨਹੀਂ ਜਾਣੀ। ਪਹਿਲਾਂ ਮਾਇਆ ਦਾ ਗਿਆਨ, ਫਿਰ ਮਾਇਆ ਦੇ ਪਤੀ ਦਾ। ਮਾਇਆ ਕਿਹਨੇ ਬਣਾਈ ਹੈ? ਆਵਣ ਜਾਵਣ ਇਹ ਖੇਲ ਬਣਾਇਆ। ਆਗਿਆਕਾਰੀ ਕਿੰਨੀ ਮਾਇਆ। ਮਾਇਆ ਆਗਿਆ 'ਚ ਸਾਰੇ। ਕਿਸੇ ਕੋ ਘੱਟ ਆ, ਕਿਸੇ ਕੋ ਵੱਧ ਆ, ਕੋਈ ਕੁਛ ਨਹੀਂ ਕਰ ਸਕਦਾ। ਫਿਰ ਵੀ ਅਸੀਂ ਵਿਰੋਧ ਕਰਦੇ ਹਾਂ। ਸੰਸਾਰੀ ਜੀਵ ਹੈ। ਉਹੀ ਸਤਿਗੁਰੂ ਸਮਝਾ ਰਹੇ ਨੇ ਵੀ ਭਾਈ ਕੋਈ ਐਸੀ ਗੱਲ ਨਹੀਂ ਹੈਗੀ ਵੀ ਤੁਸੀਂ ਚੇਤ 'ਚ ਜੁੜਨਾ ਜਾਂ ਵਿਸਾਖ 'ਚ ਜੁੜਨਾ। ਜਦੋਂ ਮਨ ਜਾਗ ਗਿਆ, ਉਹੀ ਇਹਦਾ ਅੰਮ੍ਰਿਤ ਵੇਲਾ ਵਾ। ਹੁਣ ਆਪਾਂ ਕਹਾਂ ਸਤਿਗੁਰਾਂ ਦੀ ਰਹਿਮਤ ਲੈਣੀ ਹੈ। ਜਿਵੇਂ ਜਿਵੇਂ ਅੱਗੇ ਪੰਕਤੀਆਂ ਆਉਣਗੀਆਂ, ਆਪਾਂ ਉਹਨੂੰ ਵਿਚਾਰਦੇ ਹਾਂ। ਜਿੰਨੀ ਕੁ ਬਖਸ਼ੀ ਆ ਕੁਦਰਤ ਨੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। 4 ਕੁੰਟ ਦੈ ਦਿਸ ਭਰਮੇ ਥਕ ਆਏ ਪ੍ਰਭ ਕੀ ਸਾਮ। ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਕੀ ਹੁੰਦੀ? ਹੁਣ ਆਪਾਂ ਕਿਰਤ ਨੂੰ ਵਿਚਾਰੀਏ ਨਾ। ਕਿਰਤ ਕਰਮ ਕੀ ਹੁੰਦਾ? ਅਸੀਂ ਜਿੰਨੀਆਂ ਵੀ ਜੂਨੀਆਂ ਭੋਗੀਆਂ ਨੇ, 84 ਲੱਖ, ਇਹ ਸਾਰੀਆਂ ਕਿਰਤ ਕਰਮ ਕਰਕੇ ਹੀ ਨੇ ਸਾਨੂੰ। ਕਿਰਤ ਕਰਮ ਕੀ ਹੁੰਦੀ? ਆਪਾਂ ਹੁਣ ਇਹਨੂੰ ਵਿਚਾਰੀਏ। ਕਿਰਤ ਹੁੰਦੀ ਹੈ ਜਿਹੜੀ ਸਾਡੇ ਅੰਦਰ ਕਲਪਨਾ ਉੱਠਦੀ ਹੈ। ਜਦੋਂ ਕਿਰਤ ਉੱਠਦੀ ਹੈ, ਉਦੋਂ ਹੀ ਤਾਂ ਸਾਡਾ ਜਨਮ ਹੁੰਦਾ ਹੈ। ਉਹੀ ਤਾਂ ਸਾਨੂੰ ਆਪਦੇ ਮੂਲ ਨਾਲ ਤੋੜਦੀ ਹੈ। ਕਰਮ ਜੋ ਅਸੀਂ ਕਰਦੇ ਹਾਂ ਹੱਥਾਂ ਪੈਰਾਂ ਨਾਲ, ਉਹਨੂੰ ਅਸੀਂ ਆਪਦਾ ਜਿਹੜੀ ਹੈਗੀ ਸਮਰੱਥਾ ਸਮਝ ਲੈਂਦੇ ਵੀ ਅਸੀਂ ਇਹਦੇ ਕਾਬਲ ਹਾਂ, ਕਰ ਸਕਦੇ ਹਾਂ ਉੱਚ ਉੱਚੀਆਂ ਪਦਵੀਆਂ, ਰਾਜੇ। ਪਰ ਗੁਰਬਾਣੀ ਦੇ ਹਿਸਾਬ ਨਾਲ ਜੋ ਗੁਰੂ ਸਾਹਿਬ ਸਮਝਾ ਰਹੇ ਨੇ ਵੀ ਇਹ ਤਾਂ ਸਭ ਕੁਛ ਕਰਤੇ ਦੇ ਵਸ ਹੈ। ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕਹੇ। ਇਹ ਤਾਂ ਸਾਰਾ ਉਹਨੇ ਪੈਦਾ ਕੀਤਾ ਵਾ। ਕਿਹਦੀ ਖਾਤਰ? ਇਹ ਜੀਵ ਖਾਤਰ। ਹੁਣ ਇਹਨੇ ਮਨੁੱਖਾ ਦੇਹੀ
ਦੀ ਲਾਸਟ ਪੌੜੀ ਹੈ। ਹੁਣ ਇਹਨੇ ਪ੍ਰਾਪਤੀ ਕਰਨੀ ਹੈ ਆਪਦੀ। ਆ ਕਲਯੁਗ ਦੇ ਵਿੱਚੋਂ ਇਹਨੇ ਆਪਣੇ ਸਤਯੁਗ ਜਾਣਾ ਹੈ। ਹੁਣ ਇਹਦੀ ਕਲਪਨਾ ਚੱਲ ਰਹੀ ਹੈ, ਇਹਨੂੰ ਕਲਯੁਗ ਕਿਹਾ ਬਾਣੀ ਵਿੱਚ। ਦੁਆਪਰ ਹੁੰਦਾ ਹੈ, ਦੁਆਪੁਰ ਮਾਤ ਲੋਕ ਗਰਭ ਹੁੰਦਾ ਹੈ। ਤ੍ਰੇਤੇ ਸਰੀਰ ਨਹੀਂ ਹੁੰਦਾ। ਹੁਣ ਤ੍ਰੇਤੇ 'ਚ ਜਿਵੇਂ ਆਇਆ ਹੈ ਉਵੇਂ ਹੀ ਇਹਨੇ ਵਾਪਸ ਜਾਣਾ ਵਾ। ਉਹੀ ਗੁਰਬਾਣੀ ਨੂੰ ਰਾਹ ਦੱਸ ਰਹੀ ਹੈ। ਪਰ ਕਿਹਨਾਂ ਨੂੰ ਰਾਹ ਮਿਲੂਗਾ? ਇਹ ਕੌਣ ਚੱਲਣਗੇ? ਕੋਈ ਵੀ ਹੋ ਸਕਦਾ। 4 ਵਰਨਾਂ ਕੋ ਉਪਦੇਸ਼ ਸਾਂਝਾ। ਗੁਰਮਤਿ ਅਨੁਸਾਰ ਜਿਹੜਾ ਮਨ ਭਾਣੇ ਚੱਲਦਾ ਵਾ ਉਹਨੂੰ ਇਹ ਰਾਹ ਲੱਭਦਾ। ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਹਾਂ, ਉਹਨੂੰ ਪਤਾ ਲੱਗਣਾ ਜਿਹੜਾ ਕਾਲ ਕਮਾਈ ਕਰਦਾ ਹੈ ਔਰ ਉਹਦੇ ਭਰੋਸਾ ਕਰਦਾ ਵਾ, ਉਹ ਗੁਰਬਾਣੀ ਦਾ ਊਟ ਆਸਰਾ ਲੈਂਦਾ ਹੈ, ਕੁਦਰਤ ਦੀ ਰਹਿਮਤ ਲੈਂਦਾ, ਉਹਨੂੰ ਇਹ ਖੇਲ ਸਮਝ ਆਉਣੀ ਹੈ। ਹੁਣ ਜਿਵੇਂ ਆਇਆ ਉਵੇਂ ਇਹਨੇ ਵਾਪਸ ਜਾਣਾ ਵਾ। ਗਿਆ ਹਲੇ ਕਿਤੇ ਵੀ ਨਹੀਂ, ਭਗਤੀ ਪਹਿਲਾਂ ਮੰਨੀ ਬੈਠਾ ਹੈ। ਇਹ ਜਿੰਨੇ ਧਰਮ ਕਰਮ ਕਰਦੇ ਹਾਂ ਅਸੀਂ, ਭੇਖ ਪਾਉਂਦੇ ਹਾਂ, ਸਰੀਰ ਕਰਕੇ ਨੇ ਸਾਰੇ। ਇਹ ਧਰਮ ਤਾਂ ਇੱਥੇ ਆ। ਜੈ ਪੰਥ ਤੇਰਾ ਕੋ ਨਸ ਜਾਨੂ, ਹਰ ਕਾ ਨਾਮ ਤੇ ਨਾਲ ਪਹਿਚਾਨ। ਹਰ ਨਾਮ ਨਾਲ ਉੱਥੇ ਐਂਟਰੀ ਹੈ। ਦੇਵ ਲੋਕ ਕਿਵੇਂ ਜਾਊਗਾ? ਸਰੀਰ ਕਰਕੇ ਉੱਥੇ ਐਂਟਰੀ ਨਹੀਂ। ਜਿੱਥੇ ਲੇਖਾ ਮੰਗੀਏ ਤੇ ਜੇ ਦੇ ਜਾਤ ਨਾ ਜਾ, ਦੇਹੀ ਨਾ ਉੱਚੀ ਜਾਤੀ ਕੁਛ ਵੀ ਨਹੀਂ ਜਾਂਦਾ ਹੈਗਾ। ਇਹ ਤਾਂ ਸਾਰਾ ਕੁਛ ਇੱਥੇ ਹੀ ਖੋਲ ਲੈਂਦੇ, ਅੱਗੇ ਆ ਜਾਣਾ ਆਪਾਂ ਨੂੰ। ਹੁਣ ਆਪਾਂ ਵਿਚਾਰ ਨਹੀਂ ਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਿਹੜੀ ਕਿਰਤ ਕਰਮ ਹੈ ਕਿਉਂ ਵਿਛੋੜਦੀ ਹੈ ਸਾਨੂੰ? ਇਹ ਕੀ ਹੈ ਕਿਰਤ? ਕਿਰਤ ਹੁੰਦੀ ਹੈ ਸਾਡੇ ਜਦੋਂ ਅਸੀਂ ਉੱਠਦੇ ਹਾਂ ਰਾਤ ਨੂੰ ਸੁੱਤੇ, ਸਾਡੀ ਸੁਰਤ ਸਿੱਧੀ ਬ੍ਰੇਨ 'ਚ ਆਉਂਦੀ ਹੈ। ਇਹਦੀ ਕਿਰਤ ਸ਼ੁਰੂ ਹੋ ਜਾਂਦੀ ਹੈ, ਕਲਪਨਾ ਸ਼ੁਰੂ ਹੋ ਜਾਂਦੀ ਸਾਰਿਆਂ ਦੇ ਅੰਦਰ। ਕਿਸੇ ਦੇ ਘੱਟ ਆ, ਕਿਸੇ ਦੇ ਜ਼ਿਆਦਾ। ਤਾਂ ਫਿਰ ਰਾਮ ਨੂੰ ਕਿਵੇਂ ਮਿਲੂਗਾ? ਤਾਂ ਵਿਛੜਿਆ ਰਹੂਗਾ। ਹੁਣ ਕਿਰਤ ਕਿਵੇਂ ਮਿਟੇ? ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਕਾਮ ਕ੍ਰੋਧ ਔਰ ਲੋਭ ਮੋਹ ਵਿੰਸ ਜਾਏ ਅਹਮੇਵ, ਹਾਂ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਹਾਂ, ਸਤਿਗੁਰ ਸਮਝਾਉਂਦੇ ਨੇ ਵੀ ਇਹ ਜੀਵ ਜਿਹੜਾ ਹੈਗਾ ਵਾ ਉਹ ਗੁਰਦੇਵ ਅੱਗੇ ਬੇਨਤੀ ਕਰੇ, ਦਾਤਾ ਰਹਿਮਤ ਕਰ, ਇਹ ਵਿਕਾਰਾਂ ਤੋਂ ਖਹਿੜਾ ਛੁੱਟ ਜੇ। ਇਹੀ ਤਾਂ ਕਿਰਤ ਹੈ, ਇਹੀ ਤਾਂ ਕਾਲ ਹੈ। ਇਹ ਸਰੀਰ 'ਚ ਰਹਿੰਦਿਆਂ ਇਹ ਜਿਹੜੀ ਹੈਗੀ ਆ ਆਪਾਂ ਨਾਮ ਦੀ ਪ੍ਰਾਪਤੀ ਕਰਨੀ ਹੈ। ਜੇ ਉਹ ਖਹਿੜਾ ਛੁੱਟੂ ਤਾਂ ਕਰਕੇ ਵਿਛੜਿਆ ਹੋਇਆ ਕਿਰਤ ਕਰਮ ਕੇ। ਹੁਣ ਆਪਾਂ ਜਦੋਂ ਕਿਰਤ ਖਤਮ ਹੁੰਦੀ ਹੈ ਫਿਰ ਕੀਰਤ ਆਉਂਦੀ ਹੈ। ਦੋ ਨੇ, ਕਿਰਤ ਅਤੇ ਕੀਰਤ। ਕੀਰਤ ਉਦੋਂ ਕਰ ਸਕਦੇ ਹੋ ਤੁਸੀਂ ਜਦੋਂ ਉਹਦੀ ਰਹਿਮਤ ਹੋਊਗੀ, ਤੁਹਾਡੀ ਕਿਰਤ ਖਤਮ ਹੋਊਗੀ, ਕਲਪਨਾ ਖਤਮ ਹੋਊਗੀ। ਹੁਣ ਕਿਰਤ ਕਿਵੇਂ ਖਤਮ ਹੋਵੇ? ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈਂਦੇ ਹਾਂ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮੇ ਨਾਸ। ਇਹ ਜਿਹੜਾ ਇਹਦਾ ਕਿਰਤ ਕਰਮ ਹੈ, ਗਿਆਨ ਤੋਂ ਬਿਨਾਂ ਇਹ ਨਾਸ ਨਹੀਂ ਹੁੰਦਾ ਹੈਗਾ। ਹੁਣ ਇਹਨੂੰ ਗੁਰ ਸ਼ਬਦ 'ਚੋਂ ਗਿਆਨ ਹੋਣਾ ਹੈ। ਜੇ ਕਮਾਈ ਕਰੂਗਾ, ਸੁਣੂਗਾ, ਭਾਣੇ 'ਚ ਰਹੂਗਾ, ਉਹ ਜਿਹੜਾ ਗਿਆਨ ਪੈਦਾ ਹੋਣਾ ਉਹਦੇ ਨਾਲ ਹੀ ਇਹ ਜਿਹੜੀ ਕਿਰਤ ਕਰਮ ਆ ਜਾਣਾ ਹੈ। ਫਿਰ ਇਹਨੇ ਆਤਮਾ ਨੇ ਪ੍ਰਾਤਮਾ 'ਚ ਲੈ ਹੋ ਜਾਣਾ। ਇਹੀ ਡਿੱਕਾ ਵਾ, ਇਹਨੂੰ ਇਹੀ ਨਹੀਂ ਜਾਣ ਦਿੰਦੀ, ਤਾਂ ਵਿਛੜਿਆ ਹੋਇਆ। ਉਹੀ ਬੇਨਤੀ ਕਰਨੀ ਹੈ, ਕਰ ਕਿਰਪਾ ਮੇਲੋ ਰਾਮ। ਬਨਸਪਤੀ ਨੂੰ ਫੁੱਲ ਲੱਗੇ ਨੇ, ਫਲ ਖਾਤਰ ਹੀ ਲੱਗੇ ਨੇ, ਪਰ ਸਾਰਿਆਂ ਨੂੰ ਤਾਂ ਲੱਗਦੇ ਨਹੀਂ, ਝੜ ਜਾਂਦੇ ਨੇ ਫੁੱਲ। ਇਵੇਂ ਧਰਮ ਦੇ ਵਿੱਚ ਸਤਿਗੁਰ ਸਮਝਾਉਂਦੇ ਨੇ, ਧਰਮ ਫੁੱਲ ਫਲ ਗਿਆਨ। ਜਿੰਨੇ ਵੀ ਧਰਮ ਕਰਮ ਅਸੀਂ ਕਰਦੇ ਹਾਂ ਫੁੱਲ ਤੱਕ ਤਾਂ ਲੈ ਕੇ ਜਾਂਦੇ ਨੇ, ਫਲ ਗਿਆਨ ਤਾਂ ਉਹਦੀ ਰਹਿਮਤ ਤੋਂ ਬਿਨਾਂ ਲੱਗ ਨਹੀਂ ਸਕਦਾ। ਬਾਣੀ ਅਸੀਂ ਆਪਦੀ ਸਮਝ ਨਾਲ ਪੜ੍ਹਦੇ ਹਾਂ, ਸਾਡੀ ਬੁੱਧੀ ਦਾ ਤਾਂ ਵਿਸ਼ਾ ਹੀ ਨਹੀਂ ਬਾਣੀ ਹੈਗਾ। ਜੇ ਅਸੀਂ ਇਹਨੂੰ ਵਿਚਾਰ ਸਕਦੇ ਹਾਂ, ਸਮਝ ਸਕਦੇ ਹਾਂ, ਫਿਰ ਤਾਂ ਗੁਰੂ ਸਾਹਿਬਾਨ ਨਾਲ ਭਗਤਾਂ ਸਾਡੇ 'ਚ ਫਰਕ ਹੀ ਕੋਈ ਨਹੀਂ ਰਹਿ ਗਿਆ। ਫਿਰ ਕੋਈ ਵੀ ਉੱਠ ਕੇ ਪੜ੍ਹ ਦੂਗੇ ਇਹਨੂੰ ਤਾਂ ਬਹੁਤ ਕਠਿਨ ਖੇਲ ਹੈ। ਇਹ ਰਹਿਮਤ ਤੋਂ ਬਿਨਾਂ ਸਮਝ ਨਹੀਂ ਆਉਣੀ। ਜਦੋਂ ਫਿਰ ਇਹਨੂੰ ਗਿਆਨ ਹੁੰਦਾ ਵਾ, ਉਹ ਗਿਆਨ ਤੋਂ ਬਾਅਦ ਫਿਰ ਇਹਦਾ ਕਰਮ ਛੁੱਟਦਾ ਵਾ। ਉਸ ਅਵਸਥਾ 'ਚ ਹੀ ਭਗਤਾਂ ਗੁਰੂਆਂ ਨੇ ਕਿਹਾ ਵਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਗੁਣ ਨਾ ਵਿਚਾਰੋ। ਬਸ ਫਿਰ ਉਹ ਅਵਸਥਾ ਵਾ। ਉਹ ਸਾਡੀ ਅਵਸਥਾ ਕੋਈ ਨਹੀਂ ਹੈਗੀ। ਅਸੀਂ ਭਗਤੀ ਦਾ ਭਰਮ ਪਹਿਲਾਂ ਪਾਲ ਲੈਂਦੇ ਹਾਂ। ਜੇ ਆਪਾਂ ਕੀਰਤਨ ਸੋਹਰੇ ਦਾ ਵੀ ਲਈਏ, ਜੈ ਘਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰ। ਕਰਤੇ ਕਾ ਵਿਚਾਰ ਤਾਂ ਫਿਰ ਸਹਿਜ ਦੁਨੀਆ ਜਾਣਾ ਪਊਗਾ। ਸਹਿਜ ਕੀ ਹੈ? ਦੇਵ ਲੋਕ। ਸਹਿਜ ਜਪੇ ਬੜ ਭਾਗੀ, ਵੱਡੇ ਭਾਗਾਂ ਵਾਲੇ ਨੇ ਉਹ ਗੁਰਸਿੱਖ, ਵੱਡੇ ਭਾਗਾਂ ਵਾਲੇ ਹੋ ਜਾਣਗੇ
ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ ਦੇ ਪਿੱਛੇ ਚੱਲਣਗੇ। ਉਹਨਾਂ ਨੂੰ ਵਿਗਿਆਨ ਤੋਂ ਬਾਅਦ ਇਹ ਜਿਹੜਾ ਹੈਗਾ ਕਿਰਤ ਛੁੱਟਦੀ ਹੈ। ਫਲ ਲਾਗਾ ਤਾਂ ਫੂਲ ਬੁਲਾਏ, ਗਿਆਨੇ ਕਾਰਨ ਕਰਮ ਅਭਿਆਸ। ਸਮਝ ਆ ਗਈ ਵੀ ਜਿਹੜੇ ਮੈਂ ਕਰ ਰਿਹਾ ਮੈਂ ਸਾਰਾ ਕੁਛ ਉਹਦੀ ਕਿਰਪਾ ਵਾ। ਗਿਆਨ ਪਿਆ ਤਾਂ ਕਰਮੇ ਨਾਲ। ਫਿਰ ਇਹ ਕਰਮ ਛੁੱਟਦੇ ਨੇ ਜਿਹੜੇ ਸੰਸਾਰੀ ਕਰਮ ਜਿੰਨੇ ਵੀ ਅਸੀਂ ਕਰਦੇ ਹਾਂ ਪਹਿਲਾਂ ਨਹੀਂ ਛੁੱਟਦੇ। ਸਾਰੇ ਇਹੋ ਜਿਹੇ ਹੁੰਦੇ ਆਪਾਂ ਕਰਦੇ ਆਏ ਔਰ ਕਰਦੇ ਰਹਿਣਗੇ, ਛੇਤੀ ਨਹੀਂ ਛੁੱਟਦੇ ਹੁੰਦੇ। ਮਨ ਛੇਤੀ ਮੰਨ ਜਾਵੇ ਹੋ ਹੀ ਨਹੀਂ ਸਕਦਾ, ਫਿਰ ਤਾਂ ਬਹੁਤ ਸੁਖਾਲਾ ਖੇਲ ਆ। ਜਿਹੜੀ ਇਹ ਮਨੌਤ ਮੰਨ ਲੈਂਦਾ ਛੇਤੀ ਨਹੀਂ ਛੱਡਦਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਫਿਰ ਇਹਦੇ ਰਾਮ ਅੰਤਰਾਤਮਾ ਨਾਲ ਮਿਲਾਪ ਹੁੰਦਾ ਵਾ। ਉਹਨੂੰ ਬਾਣੀ ਵਿੱਚ ਦੇਵ ਕਿਹਾ ਹੋਇਆ। ਉਹੀ ਦਸਵਾਂ ਦਵਾਰ ਹੈ, ਉਹੀ ਮਸੀਤ ਹੈ, ਉਹੀ ਹਰਮੰਦਰ ਹੈ, ਉਹੀ ਚਰਚ ਹੈ। ਉੱਥੇ ਤਾਂ ਵਿਚਾਰ ਹੋਣੀ ਹੈ। ਜਿਹੜੀ ਇੱਥੇ ਵਿਚਾਰ ਜੋ ਅਸੀਂ ਕਰ ਰਹੇ ਹਾਂ ਸੰਸਾਰ 'ਚ, ਉਹ ਤਾਂ ਸਾਡੀ ਮਾਇਆ ਦੀ ਕਲਪਨਾ ਦੀ ਹੈ। ਉਹ ਜਿਹੋ ਜਿਹਾ ਕਿਸੇ ਨੂੰ ਗਿਆਨ ਹੁੰਦਾ ਉਹ ਜੋ ਆਪਦੀ ਸੋਭਾ ਕਰਵਾਈ ਜਾਂਦਾ। ਉੱਥੇ ਤਾਂ ਜਾ ਕੇ ਸਿਰਫ ਹੁਕਮ ਦਾ ਜਸ ਹੁੰਦਾ ਵਾ। ਉੱਥੇ ਕੌਣ ਜਾਂਦੇ ਨੇ? ਜਿਹਨਾਂ ਦਾ ਆਪਾ ਮਰ ਜਾਂਦਾ ਹੈ। ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਰ। ਪਿੱਛੇ ਵਿਚਾਰੇ ਆਪਾਂ ਜਾਂ ਪੰਥ ਤੇਰਾ ਕੋ ਨਾ ਸਾਨੂੰ ਹਰ ਕਾ ਨਾਮ ਨਾਮ ਨਾਲ ਐਂਟਰੀ ਹੈ। ਉੱਥੇ ਨਾਮ ਤੋਂ ਬਿਨਾਂ ਵੜ ਜਿਹਨੂੰ ਨਾਮ ਚਾਹੀਦਾ ਉਹ ਹੀ ਉੱਥੇ ਜਾਊ, ਦੂਜਾ ਤਾਂ ਜਾ ਹੀ ਨਹੀਂ ਸਕਦਾ ਹੈਗਾ। ਨਾਮ ਬਾਰੇ ਸਾਨੂੰ ਗਿਆਨ ਨਹੀਂ ਹੈਗਾ। ਨਾਮ ਤਾਂ ਗਾਹਾਂ ਦੀ ਗੱਲ ਹੈ। ਜਦੋਂ ਸਹਿਜ ਅਵਸਥਾ ਜਾ ਕੇ ਦੇਵ ਲੋਕ ਬਹਿ ਕੇ ਭਗਤੀ ਕਰਦਾ, ਫਿਰ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਨਾਮ ਕਦੋਂ ਸੁਣਦਾ ਜਾ ਕੇ? ਫਿਰ ਸੁਣਨ ਚਲਿਆ ਜਾਂਦਾ ਵਾ। ਉਹਨੂੰ ਸਹਿਜ ਸੁਣ ਕੇ ਘਾਟ ਵੀ ਕਿਹਾ ਰਿਸ਼ੀ ਮੁਨੀਆਂ ਨੇ। ਭਗਤ ਕਬੀਰ ਜੀ ਨੇ ਆਪਾਂ ਨੂੰ ਸਮਝਾਇਆ ਸਹਿਜ ਸੁਣ ਕੇ ਘਾਟ। ਉਹ ਇੱਕ ਬਾਰਡਰ ਕਹਿ ਲਓ ਉਹਨੂੰ, ਉਹ ਸੈਂਟਰ ਕਹਿ ਲਓ। ਉੱਥੇ ਪਹੁੰਚਣਾ, ਉੱਥੋਂ ਫਿਰ ਆਪਣੀ ਭਗਤੀ ਸ਼ੁਰੂ ਹੋਣੀ। ਇਹ ਅਵਸਥਾ ਨੇ ਆਤਮਾ ਦੀਆਂ। ਹੁਣ ਕੀ ਹੈ ਸਾਡੇ ਅੰਦਰ? ਕਲਪਨਾ। ਕਲਪਨਾ ਤਾਂ ਫਿਰ ਕਾਲ ਹੈ। ਨਾਮ ਕਿਵੇਂ ਜਪੂਗਾ? ਉਹੀ ਅਵਸਥਾ ਸਤਿਗੁਰਾਂ ਨੇ ਸਮਝਾਇਆ ਸੁਖਮਨੀ ਸਾਹਿਬ 'ਚ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਹਰ ਦੇ ਕੋਲੇ ਬੈਠਾ ਤਾਂ ਹੀ ਗੁਣ ਗਾਊਗਾ। ਜਦੋਂ ਹਰ ਕਹੂਗਾ ਵੀ ਗਾ ਦੇ ਤਾਂ ਗਾ ਲੂ। ਹੁਣ ਤਾਂ ਆਪਦੇ ਗਵਾਉਂਦਾ ਗੁਣ ਇਹ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਫਿਰ ਇਹਦੀ ਜਿਹੜੀ ਹੈਗੀ ਕਿਰਤ ਚਲੀ ਜਾਂਦੀ ਹੈ। ਆਤਮਾ ਜਿਹੜੀ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ। ਉਦੋਂ ਬਾਅਦ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਫਿਰ ਅੱਗੇ ਗੱਲ ਕਰਾਂਗੇ। ਚਾਰ ਕੁੰਟ ਦੈ ਦਿਸ ਭਰਮੈ ਥਕ ਆਏ ਪ੍ਰਭ ਕੀ ਸਾਮ। ਬਸ ਉਹਨਾਂ ਨੂੰ ਸਮਝ ਆ ਜਾਂਦੀ ਹੈ ਜਿਹੜੇ ਗੁਰਸਿੱਖ ਇਹ ਸ਼ਬਦ ਦੀ ਕਮਾਈ ਕਰਦੇ ਨੇ ਵੀ ਚਾਰੇ ਕੁੰਟਾਂ ਦੇ ਵਿੱਚ ਜਿਹੜਾ ਇਹ ਜਾਂਦਾ ਸੀਗਾ, ਮਨ ਭੱਜਿਆ ਫਿਰਦਾ ਸੀਗਾ। ਸਰੀਰ ਕਰਕੇ ਚਾਰਾਂ ਕੁੰਟਾਂ ਜਾਂਦਾ ਸੀ। ਦੈ ਦਿਸ ਜਿਹੜਾ ਹੈਗਾ ਧਿਆਨ ਕਰਕੇ ਜਾਂਦਾ ਸੀਗਾ, ਭਟਕਦਾ ਸੀਗਾ। ਆਤਮਾ ਭਟਕਦੀ ਹੈ। ਜਦ ਤੱਕ ਆਤਮਾ ਪ੍ਰਾਤਮਾ 'ਚ ਲੈ ਨਹੀਂ ਹੁੰਦੀ, ਇਹਦੀ ਗਤੀ ਨਹੀਂ ਹੁੰਦੀ, ਭਟਕੂਗੀ ਇਹ। ਸੰਸਾਰੀ ਕਰਮ ਤਾਂ ਵੀ ਬਥੇਰੇ ਕਰਦੇ ਹਾਂ ਆਪਾਂ, ਲੰਗਰ ਵੀ ਲਾਉਂਦੇ ਹਾਂ, ਭੰਡਾਰ ਵੀ ਕਰਦੇ ਹਾਂ, ਪਰ ਆਤਮਾ ਤਾਂ ਭੁੱਖੀ ਹੈ। ਤੈਨੂੰ ਤਾਂ ਮਨ ਟਿਕਦਾ ਨਹੀਂ ਹੈਗਾ। ਹੁਣ ਉਹਨੂੰ ਤਾਂ ਕੁਝ ਖਾਣ ਨੂੰ ਮਿਲਦਾ ਨਹੀਂ ਹੈਗਾ। ਉਹਦੀ ਖੁਰਾਕ ਕੀ ਹੈ? ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਹਾਂ, ਉਹ ਤਾਂ ਫਿਰ ਭੁੱਖਾ। ਨਿਰਾਕਾਰ ਦੁਨੀਆ ਦਾ ਉਹ ਕੀ ਹੈ? ਤਤ ਗਿਆਨ ਹੈ। ਇੱਥੇ ਜਿਹੜੀ ਖੁਰਾਕ ਆ ਉਹ ਸਾਡੀ ਸਰੀਰ ਕਰਕੇ ਦਿੱਤੀ, ਉਹ ਵੀ ਕੁਦਰਤ ਨੇ ਦਿੱਤੀ ਆ। ਉੱਥੇ ਵੀ ਦੋਹਾਂ ਸਿਰਿਆਂ ਕਾ ਆਪ ਸੁਆਮੀ। ਖੇਲੇ ਵਿਕਸੇ ਅੰਤਰਜਾਮੀ। ਹਾਂ, ਜੀਵ ਦੇਖ ਰਿਹਾ, ਖੇਲ ਰਿਹਾ, ਹੁਣ ਦੇਖ ਕੇ ਖੁਸ਼ ਹੋ ਰਿਹਾ। ਅੰਤਰਜਾਮੀ ਸਾਰਿਆਂ ਦੀ ਜਾਣਦਾ। ਧੇਨ ਦੁੱਧੇ ਤੇ ਬਾਹਰੀ ਕਿਤੇ ਨ ਆਵੇ ਕਾਮ। ਜਲ ਵਿਨ ਸਾਖ ਕਮਲਾਵਤੀ ਉਪਜੇ ਨਾਹੀ ਦਾਮ। ਹਾਂ, ਦੇਖੋ ਧੇਨ ਦੁੱਧ ਤੇ ਬਾਰੀ। ਦੁੱਧ ਤੋਂ ਗਊ ਨੂੰ ਕੌਣ ਪੁੱਛਦਾ ਵਾ? ਇਵੇਂ ਬਨਸਪਤੀ ਹੈ, ਸਬਜ਼ੀ ਹੈ। ਪਾਣੀ ਤੋਂ ਬਿਨਾਂ ਦਾ ਕਿਹੋ ਜਿਹਾ ਜੀਵ ਹੁੰਦਾ, ਉਹਦੀ ਕੀਮਤ ਨਹੀਂ ਪੈਂਦੀ ਹੈਗੀ। ਇਵੇਂ ਨਾਮ ਤੋਂ ਬਿਨਾਂ ਜਿਹੜਾ ਸਾਡਾ ਵਾ, ਜੇ ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲਈਏ, ਫਰੀਦਾ ਜੋਬਨ ਜਾਂਦੇ ਨਾ ਡਰਾਂ। ਜੇ ਸਹਿ ਪ੍ਰੀਤ ਨਾ ਜਾਏ। ਹਾਂ, ਪ੍ਰੀਤ ਨਹੀਂ ਜਾਣੀ ਚਾਹੀਦੀ ਆਪਦੇ ਮੂਲ ਦੀ, ਹਰ ਦੀ। ਜਾਂਦਾ ਜਾਵੇ ਉਹਦੀ ਪ੍ਰੀਤ ਤੋਂ ਬਿਨਾਂ ਕਿੰਨੇ ਸੁੱਕ ਗਏ ਕੁਮਲਾਏ, ਕਿੰਨੇ ਗਾਏ ਕਿੰਨੇ ਕੁ ਚਲੇ ਗਏ। ਮਾਇਆ ਦੀ ਪ੍ਰੀਤ ਕਿੰਨੀ ਕੁ ਚਿਹਰਾ। ਇਹ ਤਾਂ 4 ਦਿਨ ਕੀ ਸਾਹਿਬੀ ਫਿਰ ਹੋਏ ਦਾਤਾਰਾਂ। ਬਾਣੀ ਨਹੀਂ ਮੰਨਦੀ ਇਹਨੂੰ। ਗੁਰਬਾਣੀ ਸਦੀਵੀ ਆਪਾਂ ਨੂੰ ਸੁੱਖ ਦਿੰਦੀ ਹੈ। ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਚਲੀ ਜਾਂਦੀ ਹੈ। ਪਰ ਸੁੱਖ ਸਾਗਰ ਜਾਵੇ ਕਿਵੇਂ? ਇਹਨੂੰ ਗਿਆਨ ਨਹੀਂ ਹੈਗਾ। ਹੁਣ ਇਹਨੂੰ ਗਿਆਨ ਹੋਣਾ ਹੈ। ਗਿਆਨ ਸ਼ਬਦ ਤੋਂ ਬਿਨਾਂ ਨਹੀਂ ਹੋਣਾ। ਤਾਂ ਕਰਕੇ ਤਾਂ ਆਪਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ, ਭਾਈ ਬਾਣੀ ਦਾ ਓਟ ਆਸਰਾ ਲਓ, ਫੇਰ ਹੀ ਕਾਲ ਛੱਡੂ। ਕਾਲ ਛੱਡੂਗਾ ਤਾਂ ਫਿਰ ਅੱਗੇ ਜਾਊਗਾ ਨਾ। ਜਿਨ ਹਰ ਨਿਰਭਉ ਧਿਆਇਆ ਤਿਨ ਟੂਟੀ ਜਮ ਕੀ ਫਸ। ਜਮ ਛੱਡਣਗੇ ਫੇਰ ਹੀ ਜਾਊਗਾ। ਹੁਣ ਜਮ ਦੀ ਮਾਰ ਕਿੱਥੇ ਤੱਕ? ਆਪਾਂ ਬਾਬਾ ਕਬੀਰ ਜੀ ਦਾ ਸਲੋਕ ਲਈਏ, ਭਗਤ ਕਬੀਰ ਜੀ ਦਾ। ਕਬੀਰ ਉਜਲ ਪਹਿਰੇ ਕਾਪਰੇ ਪਾਨ ਸਫਾਰੀ ਖਾਏ। ਇੱਕ ਹਰ ਕੇ ਨਾਮ ਬਿਨ ਬੱਦੇ ਜਮਪੁਰ ਜਾਏ। ਲਫ ਸਾਰਿਆਂ ਨੂੰ ਬੰਨ੍ਹ ਕੇ ਲੈ ਜਾਂਦਾ। ਵੀ ਬੜੇ ਬੜੇ ਦੇਖਦੇ ਹਾਂ ਆਪਾਂ ਵੇਖੀ।
ਉੱਜਲ ਉੱਜਲ ਮਹਿੰਗੇ ਬਸ ਜਮ ਛੱਡਦੇ ਹੀ ਨਹੀਂ ਇਹਨਾਂ ਨੂੰ। ਜਮ ਤੋਂ ਛੁਟਕਾਰਾ ਹੋਊਗਾ ਫਿਰ ਹੀ ਸਹਿਜ ਦੁਨੀਆ ਜਾਊਗਾ। ਹਰ ਨਾ ਮਿਲੀਏ ਸਾਜਨੇ, ਕਤ ਪਾਈਏ ਵਿਸਰਾਮ। ਜਿਤ ਘਰ ਹਰ ਕੰਤ ਨ ਪ੍ਰਗਟੀ, ਪਠ ਨਗਰ ਸੇ ਗ੍ਰਾਮ। ਨਾਮ ਤੋਂ ਬਿਨਾਂ ਫਿਰ ਵਿਸ਼ਰਾਮ ਕਿਵੇਂ ਆ? ਮਨ ਤਾਂ ਟਿਕਦਾ ਨਹੀਂ ਹੈਗਾ ਫਿਰ। ਜੰਮਣ ਮਰਨ ਸਿਰ 'ਤੇ ਖੜਾ ਦਾ, ਜੰਮਣ ਮਰਨ ਸਿਰ ਉਬੋ ਕਾਲ। 84 ਲੱਖ ਜੌਨ ਪਾਈ ਮਾਣਕੋ ਦੀ ਬੁੜੇ, 84 ਲੱਖ ਦਾ ਗੇੜਾ ਸਿਰ 'ਤੇ ਖੜਾ ਵਾ, ਵਿਸ਼ਰਾਮ ਕਿਵੇਂ ਹੋ ਜਾਊਗਾ? ਹਾਲ ਤਾਂ ਰਾਮ ਕੋਲ ਹੀ ਨਹੀਂ ਪਹੁੰਚਿਆ, ਸੈਂਟਰ 'ਚ ਹੀ ਨਹੀਂ ਪਹੁੰਚਿਆ, ਇਹਦੀ ਭਗਤੀ ਹੀ ਨਹੀਂ ਸ਼ੁਰੂ ਹੋਈ, ਪ੍ਰਾਪਤੀ ਕਿਵੇਂ ਹੋਊਗੀ ਫਿਰ? ਨਾਮ ਤੋਂ ਬਿਨਾਂ ਵਿਸ਼ਰਾਮ ਨਹੀਂ ਹੈਗਾ। ਜੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਭਗਤ ਜਨਾਂ ਕੇ ਮਨ ਵਿਸਰਾਮ। ਜਿਹੜੇ ਭਗਤ ਜਨ ਹੁੰਦੇ ਨੇ, ਜਿਹੜੇ ਭਗਤੀ ਕਰਦੇ ਨੇ, ਜਿਹੜੇ ਗੁਰਸਿੱਖ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਹੁਣ ਵਿਸ਼ਰਾਮਾਂ ਦੇ ਘਰ ਪਹੁੰਚ ਜਾਂਦੇ ਨੇ। ਇੱਥੋਂ ਜਦੋਂ ਇਹਦਾ ਕਲਯੁਗ ਤੋਂ ਖੜਾ ਛੁਟਕਾਰਾ ਹੁੰਦਾ ਵਾ, ਕਾਲਪਨਿਕ ਯੁੱਗ 'ਚੋਂ ਕਾਲ ਤੋਂ ਮੁਕਤ ਹੁੰਦਾ ਹੈ, ਫਿਰ ਸਹਿਜ ਦੁਨੀਆ ਜਾਂਦਾ ਹੈ, ਉਹ ਅਵਸਥਾ ਵਾ, ਉਹਨੂੰ ਦੇਵਲੋਕ ਕਹਿੰਦੀ ਹੈ ਬਾਣੀ। ਉਦੋਂ ਬਾਅਦ ਫਿਰ ਵਿਸ਼ਰਾਮ, ਉੱਥੇ ਜਾ ਕੇ ਆਰਾਮ ਕਰਦਾ ਹੈ, ਭਗਤੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਲਾਸਟ ਪੜਾਅ ਜਿਹੜਾ ਸੱਚਖੰਡ ਜਦੋਂ ਜਨਮ ਹੋਣਾ ਵਾ, ਉਹ ਵਿਸ਼ਰਾਮ ਹੈ, ਫਿਰ ਆਪਦੇ ਘਰ ਪਹੁੰਚ ਜਾਂਦਾ। ਨਾਮ ਤੋਂ ਬਿਨਾਂ ਤਾਂ ਫਿਰ ਉਹ ਸਤਿਗੁਰ ਸਮਝਾਉਂਦੇ ਨੇ, ਕਹਿੰਦੇ ਭਾਈ ਐਂ ਲੱਗਦੇ ਜਿਵੇਂ ਭੱਠੇ ਨੇ, ਅੱਗੇ ਨਿਕਲਦੀ ਹੈ ਫਿਰ ਪਠ ਨਗਰ ਸੇ ਗ੍ਰਾਮ। ਜਿਹਦੇ ਹਿਰਦੇ 'ਚ ਹਰ ਦਾ ਜੋਤ ਖਰ ਦਾ ਗਿਆਨ ਨਹੀਂ ਪ੍ਰਗਟ ਹੋਇਆ, ਭੱਠੇ ਹੀ ਨੇ ਫਿਰ ਕੀ ਨੇ। ਸਰਬ ਸ਼ਿੰਗਾਰਤ ਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਹਾਂ, ਫਿਰ ਪੜ੍ਹਦਿਆ ਕਰੋ ਦੁਬਾਰਾ ਪੰਕਤੀ ਨਾਲ। ਸਰਬ ਸ਼ਿੰਗਾਰਤ ਬੋਲ ਰਸ, ਸਣ ਦੇਹੀ ਸਭ ਖਾਮ। ਹਾਂ ਦੇਖੋ ਆ ਗਿਆ ਨਾ, ਸਰਬ ਸ਼ਿੰਗਾਰ, ਜਿੰਨੇ ਵੀ ਸ਼ਿੰਗਾਰ ਅਸੀਂ ਕਰਦੇ ਹਾਂ, ਮਹਿੰਗੇ ਵਸਤਰ ਪਾਉਂਦੇ ਹਾਂ, ਚਾਹੇ ਧਰਮ 'ਚ ਪਾ ਲਓ, ਚਾਹੇ ਰਾਜੇ ਬਣਦੇ, ਉੱਚੀਆਂ ਪਦਵੀਆਂ ਪ੍ਰਾਪਤ ਕਰਦੇ, ਇਹ ਸਾਰੀਆਂ ਖਾਮ ਹੁੰਦਾ ਕੱਚਾ। ਦੇਹੀ ਕੱਚੀ ਹੈ, ਜਿਹੜੇ ਉੱਪਰ ਸ਼ਿੰਗਾਰ ਕਰਨ ਵਾਲਾ ਉਹ ਵੀ ਕੱਚਾ ਹੀ ਹੈ ਸਾਰਾ। ਇਹ ਸਣ ਦੇਹੀ ਸਭ ਖਾਮ, ਸੁਆਮੀ ਕੰਤ ਵੀ ਹੋਣੀ ਆ, ਮੀਤ ਸੱਜਣ ਸਭ ਜਾਮ। ਫਿਰ ਜਿਨ੍ਹਾਂ ਨੇ ਸੁਆਮੀ ਛੱਡਿਆ ਹੋਇਆ, ਆਪਦੇ ਮੂਲ ਨੂੰ ਛੱਡਿਆ ਹੋਇਆ, ਹਰ ਨੂੰ, ਕੁਦਰਤ ਨੂੰ ਛੱਡਿਆ ਹੋਇਆ, ਆਪ ਹੀ ਰੱਬ ਬਣੇ ਹੋਏ ਨੇ, ਉਹ ਤਾਂ ਸਾਰੇ ਜਮ ਨੇ, ਉਹ ਤਾਂ ਜਮਾਂ ਦੇ ਬਸ ਨੇ। ਨਾਨਕ ਕੀ ਬਨੰਤੀਆਂ, ਕਰ ਕਿਰਪਾ ਦੀਜੇ ਨਾਮ। ਇਹੀ ਬੇਨਤੀ ਕਰਨੀ ਹੈ ਭਾਈ ਸਤਿਗੁਰ ਸਮਝਾਉਂਦੇ ਨੇ। ਨਾਮ ਦੀ ਜੇ ਬੇਨਤੀ ਕਰਾਂਗੇ ਫਿਰ ਹੀ ਸਾਨੂੰ ਸਮਝ ਆਊਗੀ, ਫਿਰ ਹੀ ਉੱਥੇ ਅਸੀਂ ਜਾ ਸਕਦੇ ਹਾਂ, ਫਿਰ ਹੀ ਸਾਡਾ ਕਲਯੁਗ ਤੋਂ ਛੁਟਕਾਰਾ ਹੋਊਗਾ। ਫਿਰ 10ਵੇਂ ਦੁਆਰ ਜਾ ਕੇ ਫਿਰ ਇਹਦੀ ਭਗਤੀ ਸ਼ੁਰੂ ਹੋਣੀ ਹੈ ਨਾਮ ਦੀ। ਹਾਲੇ ਤਾਂ ਇੱਥੋਂ ਹੀ ਨਹੀਂ ਸਾਡਾ ਖੇੜਾ ਸੁੱਟਿਆ, ਇਹ ਬੇਨਤੀ ਕਰਨੀ ਹੈ ਸਾਰੀ ਸੰਗਤ ਨੇ। ਫਿਰ ਪੜ੍ਹੋ, ਨਾਨਕ ਕੀ ਬਨੰਤੀਆਂ, ਕਰ ਕਿਰਪਾ ਦੀਜੇ ਨਾਮ। ਹਾਂ, ਨਾਮ ਦੀ ਖਾਤਰ ਇਹ ਬੇਨਤੀ ਕਰਨੀ ਹੈ, ਨਾਮ ਦੀ ਅਰਦਾਸ ਕਰਨੀ। ਸਤਿਗੁਰੂ ਸਮਝਾਉਂਦੇ ਨੇ, ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਫਿਰ ਦੁੱਖ ਨੇ ਭਾਈ, ਦੇ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਭੁੱਖ ਤਾਂ ਮਨ ਨੂੰ ਨਾਮ ਦੀ ਇਹਨੂੰ ਸਮਝ ਨਹੀਂ ਨਾ ਹੈਗੀ, ਇਹ ਮਾਇਆ 'ਚੋਂ ਪੂਰੀ ਕਰਦਾ ਹੈ। ਇਹ ਨਵੇਂ ਪਾਤਸ਼ਾਹ ਦਾ ਆਪਾਂ ਸਲੋਕ ਲਈਏ, ਨਰ ਚਾਹਤ ਕੁਛ ਔਰੇ ਕੀ ਔਰੀ ਕਹੀ। ਚਿਤਵੇ ਰਹੀ ਠਗੌਰ, ਨਾਨਕ ਫਾਂਸੀ ਗੱਲ ਛੱਡਦੇ ਹੀ ਨਹੀਂ ਹੈਗੇ। ਆਹ ਦੇਖੋ ਸਤਿਗੁਰ ਸਮਝਾਉਂਦੇ ਨੇ, ਬਹੁ ਭੇਖ ਕਰ ਭਰਮਾਈਏ, ਜਿੰਨੇ ਅਸੀਂ ਸਰੀਰ ਕਰਕੇ ਧਰਮ ਕਰਮ ਕਰਦੇ ਹਾਂ, ਫਿਰ ਭਰਮਾਈਏ, ਭਰਮ 'ਚ ਰਹਾਂਗੇ, ਜੰਮਣ ਮਰਨ ਸਾਡਾ ਸੁੱਟਣਾ ਨਹੀਂ ਹੈਗਾ। ਮਨ ਹਿਰਦੇ ਕਪਟ ਕਮਾਵੇ, ਭਰਮ ਦੇ ਵਿੱਚ ਕੀ ਹੈ ਸਤਿਗੁਰ ਸਮਝਾਉਂਦੇ ਨੇ, ਜਦ ਤੱਕ ਆਤਮ ਕਰਮ ਨਹੀਂ ਦਾ ਸ਼ੁਰੂ ਹੁੰਦਾ, ਆਤਮ ਗਿਆਨ ਨਹੀਂ ਇਹਨੂੰ ਹੁੰਦਾ ਹੈਗਾ, ਜਦ ਤੱਕ ਇਹਦੇ ਅੰਦਰੋਂ ਕਪਟ ਨਹੀਂ ਜਾਂਦਾ ਹੈਗਾ। ਜਿਹੜੇ ਭੇਖ ਕਰਕੇ ਭਰਮ ਦੇ ਵਿੱਚ ਹੈ, ਇਹਦੇ ਅੰਦਰ ਕਪਟ ਹੈ, ਵੱਡਾ ਬਣਨ ਦੀ ਕਪਟ ਹੈ ਇਹਦੇ, ਉਹੀ ਸਤਿਗੁਰ ਸਮਝਾ ਰਹੇ ਨੇ। ਮਨ ਹਿਰਦੇ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵੀ, ਮਰ ਬਿਸ਼ਟਾ ਮਹਿ ਸਮਾਏ। ਹਰ ਰੱਬ ਦੇ ਮੂਲ ਦਾ, ਦੇਵਲੋਕ ਦੀ ਨੂੰ ਪ੍ਰਾਪਤੀ ਨਹੀਂ ਹੁੰਦੀ, ਫਿਰ ਜੰਮਦਾ ਮਰਦਾ ਰਹਿੰਦਾ। ਸੰਸਾਰ ਤਾਂ ਉਹਨੂੰ ਵੱਡਾ ਮੰਨ ਲੈਂਦਾ, ਬਾਣੀ ਨਹੀਂ ਮੰਨਦੀ। ਬਾਣੀ ਤਾਂ ਉਹਨੂੰ ਕਹਿੰਦੀ ਹੈ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਭ ਸੋਭਾ ਭਜ ਹਰ ਕੀ ਸਰ। ਉਹ ਕਹਿੰਦੇ ਇਹੀ ਤੇਰੀ ਸੋਭਾ ਵੀ ਤੂੰ ਹਿਰਦੀ ਸਰਨ ਚਲੇ ਜਾ, ਤੈਨੂੰ ਕਾਲ ਛੱਡ ਦੇ। ਜੇ ਤੂੰ ਵੱਡਾ ਬਣਿਆ ਵੀ, ਉੱਚੀਆਂ ਪਦਵੀਆਂ ਪ੍ਰਾਪਤਾਂ ਕੀਤੀਆਂ, ਪਰ ਕਾਲ ਨੇ ਤਾਂ ਛੱਡਿਆ ਨਾ ਭਾਈ, ਫਿਰ ਤੇਰਾ ਕੀ ਹੋਇਆ ਕਮਾਈ ਕੀਤੀ ਦਾ। ਰਾਜਾ ਪ੍ਰਜਾ ਸੰਕਰ ਮਾਰੇ, ਐਸੋ ਕਾਲ ਵਡਾਨੀ। ਕਾਲ ਨੇ ਤਾਂ ਛੱਡਣਾ ਨਹੀਂ ਹੈਗਾ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਹਾਂ, ਸਤਿਗੁਰ ਸਮਝਾਉਂਦੇ ਇਹੀ ਬੇਨਤੀ ਕਰਨੀ ਆ ਭਾਈ, ਜਿਹੜਾ ਹਰ ਵਾ ਅੰਤਰਾਤਮਾ ਦੀ ਆਵਾਜ਼ ਨੂੰ ਹਰ ਕਿਹਾ ਵਾ, ਜਿਹਦੀ ਕਿਰਪਾ ਨਾਲ ਸਾਡਾ ਜੀਵਨ, ਸਾਡਾ ਹਾਰਟ ਚੱਲਦਾ ਵਾ। ਜੇ ਆਪਾਂ ਰਵਿਦਾਸ ਭਗਤ ਜੀ ਦਾ ਸ਼ਬਦ ਲਈਏ,
ਜਿਨ ਜੀਓ ਪਿੰਡ ਦੀਆ ਸਭ ਰਿਜ਼ਕ ਭਰਾਵੈ। ਸਭ ਘਟ ਭੀਤਰ ਹਾਟ ਚਲਾ। ਹਾਟ ਉਹਦੀ ਕਿਰਪਾ ਨਹੀਂ ਚੱਲ ਰਿਹਾ, ਹਾਟ ਉਹਦੀ ਨਾ, ਰੋਜੀ ਦਾ ਗਿਆਨ ਵੀ ਉਹੀ ਦੇ ਰਿਹਾ ਵਾ, ਸਾਰੀ ਉਹਦੀ ਕਿਰਪਾ। ਆ ਪਿੰਡ ਸਰੀਰ ਉਹਦੀ ਕਿਰਪਾ ਨਾਲ ਚੱਲ ਰਿਹਾ। ਜਦੋਂ ਉਹਨੇ ਸਾਹ ਖਿੱਚ ਲਿਆ ਫਿਰ ਇਹਨੂੰ ਭੂਤ, ਉਹੀ ਸਰੀਰ ਨੂੰ ਭੂਤਨਾ ਕਹਿਣ ਲੱਗ ਜਾਂਦੇ ਨੇ। ਇਹ ਨਿਸ਼ਚਲ ਧਾਮ ਹੈ, ਇੱਥੋਂ ਅਸੀਂ ਪਾਰ ਪਾਉਣਾ ਵਾ, ਪਰ ਆਪਦੀ ਮੱਤ ਨਾਲ ਅਸੀਂ ਪਾਰ ਨਹੀਂ ਪਾ ਸਕਦੇ। ਜਿਹੜਾ ਪ੍ਰੀਤਮ ਹੈ ਨਾ ਆਤਮਾ ਦਾ, ਜੇ ਆਪਾਂ ਰਹਿ ਰਾਹ ਦੇ ਬਚਨ ਵੀ ਲਈਏ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰੇ। ਜਿਹੜਾ ਸਤਿਗੁਰ ਸੱਜਣ ਹੈ ਉਹ ਫਿਰ ਗੁਰ ਸ਼ਬਦ ਤੋਂ ਬਿਨਾਂ ਜਾ ਨਹੀਂ ਸਕਦੇ ਅਸੀਂ, ਸਾਨੂੰ ਗਿਆਨ ਨਹੀਂ ਹੈਗਾ ਉਹਦਾ। ਬਾਣੀ ਸਾਨੂੰ ਗਿਆਨ ਕਰਾਉਣਾ, ਉਹ ਗੁਰਦੇਵ ਦਾ ਹੀ ਤਾਂ ਗਿਆਨ ਹੈ, ਬਾਣੀ ਹਰ ਦਾ ਤਾਂ ਗਿਆਨ ਹੈ, ਹਰ ਦੀ ਕਥਾ ਹੈ, ਸਭ ਤੋਂ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲਥਾ। ਸਾਰਾ ਦੁੱਖ ਲੈ ਜਾਂਦੇ, ਰਹਿੰਦੇ ਹੀ ਨਹੀਂ ਕੋਈ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੈ, ਇਹ ਨਹੀਂ ਤਾਂ ਪਾਰ ਲਗਾਉਣਾ ਆਤਮਾ ਨੂੰ। ਇਹ ਨਿਸ਼ਚਲ ਧਾਮ ਹੈ, ਇਹਦੀ ਬੇਨਤੀ ਕਰਨੀ ਆ। ਇੱਥੇ ਜਾ ਕੇ ਸਾਡੇ ਜਿਹੜਾ ਹੈਗਾ ਅਕਾਲ ਤੋਂ ਛੁਟਕਾਰਾ ਹੁੰਦਾ ਵਾ, ਇਹਦੀ ਅਰਦਾਸ ਕਰਨੀ ਆ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਜਿਹੜਾ ਚੇਤ ਗੋਬਿੰਦ ਰਾਧੀ ਆ ਗਿਆ, ਹੁਣ ਕੋਈ ਚੇਤ ਮਹੀਨੇ ਦੀ ਗੱਲ ਨਹੀਂ ਹੈਗੀ, ਇਹ ਸੰਤ ਜਨ ਸਾਨੂੰ ਸਮਝਾ ਰਹੇ ਨੇ। ਇਹ ਤੋਂ ਬਾਅਦ ਜਿਹੜਾ ਆਊਗਾ ਚੇਤ, ਫਿਰ ਉਹ ਸੰਸਾਰੀ ਮਾਇਆ ਸਮਝਾਉਣਗੇ ਸਤਿਗੁਰ। ਕਹਿੰਦੇ ਜਿਹੜੇ ਚੇਤੀ ਚੇਤ ਕੇ ਜਾਗ ਕੇ, ਫਿਰ ਜਾਗੇ ਤੋਂ ਬਿਨਾਂ ਤਾਂ ਆਰਾਧਨਾ ਹੋ ਨਹੀਂ ਸਕਦੀ। ਸੁੱਤਾ ਪਿਆ ਕੀ ਆਰਾਧਨਾ ਕਰੂਗਾ? ਹੁਣ ਅਸੀਂ ਬਾਣੀ ਪੜ੍ਹਦੇ ਹਾਂ, ਆਤਮਾ ਤਾਂ ਜਾਗੀ ਨਹੀਂ, ਅੰਮ੍ਰਿਤ ਵੇਲਾ ਤਾਂ ਹੋਇਆ ਨਹੀਂ, ਆਰਾਧਨਾ ਕਿਹਦੀ ਕਰਾਂਗੇ? ਆਰਾਧਨਾ ਤਾਂ ਲਾਸਟ ਪੌੜੀ ਹੈ। ਪਹਿਲਾਂ ਇਹਨੇ ਬਾਣੀ ਨੂੰ ਸਮਝਣਾ ਵਾ, ਜਪ ਹੈ, ਜਪ 'ਚੋਂ ਫਿਰ ਇਹਨੂੰ ਗਿਆਨ ਪੈਦਾ ਹੋਣਾ, ਉਹੀ ਸਿਮਰਨ ਹੈ। ਉਸ ਤੋਂ ਬਾਅਦ ਫਿਰ ਉਹ ਗਿਆਨ ਪੈਦਾ ਬਣ ਜਾਣਾ, ਫਿਰ ਗਿਆਨ ਦਾ ਧਿਆਨ ਬਣਨਾ, ਧਿਆਨ ਤੋਂ ਬਾਅਦ ਆਰਾਧਨਾ ਵਾ। ਹਾਲੇ ਤਾਂ ਜਾਗਿਆ ਹੀ ਨਹੀਂ ਹੈਗਾ ਇਹ। ਇੱਥੇ ਸਤਿਗੁਰ ਸਮਝਾ ਰਹੇ ਨੇ, ਚੇਤੀ ਗੋਬਿੰਦ ਰਾਧੀਏ ਹੋਵੇ ਆਨੰਦ ਘਣਾ। ਜਿਹੜੀ ਜਾਗ ਕੇ ਆਤਮਾ ਗੁਰਸਿੱਖ ਕਮਾਈ ਕਰਦੇ ਨੇ ਔਰ ਦੂਜੇ ਨੂੰ ਸਮਝਾਉਂਦੇ ਨੇ, ਉਹਨੂੰ ਆਨੰਦ ਆਉਂਦਾ ਵਾ। ਤੁਸੀਂ ਕਹਿੰਦੇ ਸਾਡਾ ਮਨ ਨਹੀਂ ਟਿਕਦਾ, ਉਹ ਤਾਂ ਕਹਿੰਦੇ ਆਨੰਦ ਘਣਾ ਆਉਂਦਾ ਭਾਈ। ਕਿਵੇਂ ਪ੍ਰਾਪਤੀ ਹੁੰਦੀ ਹੈ? ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਜਿਹੜੇ ਸੰਤ ਜਨ ਹੁੰਦੇ ਨੇ, ਰਸਨਾ ਨਾਮ ਪਣਾ ਤੋਂ ਮਤਲਬ ਹੈ ਆਪਦੀ ਬੁੱਧੀ 'ਚੋਂ ਉਹ ਤਾਂ ਜਸ ਕਰਦੇ ਨੇ, ਪਣਾ ਕਹਿੰਦੇ ਬੋਲਦੇ ਨੇ। ਸੰਤ ਜਨਾਂ ਦੀ ਬਾਣੀ ਹੈ, ਇਹ ਸੰਤ ਜਨਾਂ ਦੇ ਪਿੱਛੇ ਚੱਲ ਕੇ ਹੀ ਆਪਾਂ ਨੂੰ ਕਮਾਈ ਹੋਣੀ ਹੈ। ਜਿੱਥੇ ਵੀ ਕੋਈ ਜਸ ਹੋ ਰਿਹਾ ਹੈ, ਭਗਤ ਜਨਾਂ ਦੀ ਬਾਣੀ ਹੈ, ਉਹਦੇ ਹਿਸਾਬ ਨਹੀਂ ਆਪਾਂ ਚੱਲਣਾ। ਆਪਣੀ ਮੱਤ ਦਾ ਵਿਸ਼ਾ ਨਹੀਂ ਹੈਗਾ ਇਹ ਸੰਤ ਜਨਾਂ ਦੇ ਪਿੱਛੇ ਚੱਲਣਾ ਹੀ ਪਊਗਾ ਆਪਾਂ। ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪਣਾ। ਹਾਂ, ਉਹ ਉਚਾਰਦੇ ਨੇ, ਪਹਿਲਾਂ ਤਾਂ ਆਪ ਪ੍ਰਾਪਤੀ ਕਰਦੇ ਨੇ, ਫਿਰ ਦੂਜਿਆਂ ਨੂੰ ਸਮਝਾਉਂਦੇ ਨੇ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਹਾਂ, ਸਤਿਗੁਰ ਸਮਝਾਉਂਦੇ ਨੇ, ਜਿਹਨੂੰ ਆਪਦੇ ਪ੍ਰਭ ਦੀ, ਆਪਦੇ ਮੂਲ ਦੀ, ਹਰ ਦੀ ਪ੍ਰਾਪਤੀ ਹੋ ਗਈ, ਜਿਹੜਾ ਦੇਵਲੋਕ ਪਹੁੰਚ ਗਿਆ, ਉਹਨਾਂ ਦਾ ਸੰਸਾਰ 'ਤੇ ਗਿਣਿਆ ਜਾਂਦਾ। ਹੁਣ ਗਿਣਤੀ ਦੀ ਗੱਲ ਕਿਵੇਂ ਕਰੀਏ? ਗਿਣਤੀ ਬਾਣੀ ਮੰਨਦੀ ਤਾਂ ਨਹੀਂ ਹੈਗੀ। ਗਿਣਤੀ ਗਣਤ ਨਾ ਸੁੱਟੀ, ਉਹ ਮਾਇਆ ਦੀ ਗੱਲ ਹੈ। ਗਿਣਤੀ ਤੋਂ ਭਾਵ ਇਹ ਹੈ ਵੀ ਜਦੋਂ ਜਿਹੜੀ ਆਤਮਾ ਮੁਕਤ ਹੋ ਜਾਂਦੀ ਹੈ, ਸੰਸਾਰ 'ਚ ਤਾਂ ਜੰਮਦਾ ਮਰਦਾ ਹੀ ਨਹੀਂ ਕੁਛ, ਗਿਣਤੀ ਕਿਵੇਂ ਹੋਊਗੀ? ਨਾ ਕਿਸ ਜਨਮੇ ਨਾ ਕਿਸ ਮਰੇ, ਆਪਣੇ ਚਿੱਤ ਆਪ ਹੀ ਕਰੇ। ਉਹਦੀ ਗਿਣਤੀ ਕਿਵੇਂ ਹੋਊ? ਸੰਸਾਰੀ ਰਜਿਸਟਰਾਂ ਦੇ ਵਿੱਚ ਦਰਜ ਹੁੰਦਾ ਵਾ ਵੀ ਫਲਾਨਾ ਬੰਦਾ ਮਰ ਗਿਆ। ਬਾਣੀ ਨਹੀਂ ਮੰਨਦੀ ਬੰਦਾ ਮਰ ਗਿਆ। ਆਤਮਾ ਅਮਰ ਹੈ, ਕਿਵੇਂ ਮਰ ਜਾਊਗੀ? ਸਰੀਰ ਕੱਪੜੇ ਬਦਲਦਾ ਹੈ। ਫਿਰ ਪੜੋ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਹਾਂ, ਜਿਹਨੂੰ ਪ੍ਰਾਪਤੀ ਹੋ ਗਈ ਉਹਨਾਂ ਦਾ ਗਿਣਿਆ ਜਾਂਦਾ। ਕਿਵੇਂ ਗਿਣਿਆ ਜਾਂਦਾ ਉਹਨਾਂ ਦਾ? ਜੇ ਆਪਾਂ ਸ਼ਲੋਕ ਲਈਏ, ਪਵਨ ਗੁਰੂ ਪਾਣੀ ਪਿਤਾ ਜਿਨੀ ਨਾਮ ਤੇ ਆਇਆ, ਹਾਂ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਸੁੱਟੀ ਨਾਲ। ਫਿਰ ਉਹਨਾਂ ਦੇ ਨਾਲ ਤਾਂ ਕਿੰਨੇ ਹੋਰ ਜਾਂਦੇ ਨੇ, ਤਾਂ ਪਤਾ ਲੱਗਦਾ ਵਾ ਉਹਨਾਂ ਦਾ। ਇਕੱਲੇ ਨਹੀਂ ਜਾਂਦੇ ਉਹ। ਜਿਵੇਂ ਬਹੁਤ ਪ੍ਰਚਲਿਤ ਮੱਤਾਂ ਆਉਂਦੀਆਂ ਜੀ, ਬਾਬਾ ਜੀ ਨੇ ਚੋਲਾ ਛੱਡਤਾ, ਉਹ ਤਿਆਰੀ ਕਰ ਲਈ। ਜਿਹੜੇ ਤਿਆਰੀ ਕਰਕੇ ਪਹਿਲਾਂ ਘਰ ਪਹੁੰਚਦੇ ਨੇ, ਉਹਨਾਂ ਦੇ ਨਾਲ ਤਾਂ ਕਿੰਨੇ ਹੀ ਹੋਰ ਜਾਂਦੇ ਨੇ। ਉਹ ਤਾਂ ਇਕੱਲੇ ਜਾਂਦੇ ਹੀ ਨਹੀਂ ਹੈਗੇ। ਕੇਤੀ ਛੁੱਟੀ ਨਾਲ ਕਿੰਨੇ ਹੋਰ ਨਾਲ ਛੁੱਟਦੇ ਨੇ। ਉਹਨਾਂ ਦਾ ਫਿਰ ਜਿਹੜਾ ਹੈਗਾ ਜੰਮਣ ਮਰਨ ਖਤਮ ਹੋ ਜਾਂਦਾ, ਤਾਂ ਗਿਣੇ ਜਾਂਦੇ ਨੇ ਉਹ। ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਹਾਂ, ਫਿਰ ਉਹ ਗੁਰਸਿੱਖਾਂ ਦਾ ਸਤਿਗੁਰ ਸਮਝਾਉਂਦੇ ਨੇ, ਇਹੋ ਜਿਹੀ ਜਨਮ ਹੁੰਦਾ, ਉਹ ਇੱਕ ਖਿੰਨ ਵੀ ਨਹੀਂ ਰਹਿ ਸਕਦੇ ਆਪਦੇ ਮੂਲ ਤੋਂ। ਹਰ ਮਾਤਾ ਹਰ ਪਿਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾ, ਹਾਂ ਤੂੰ ਮੇਰਾ ਰਾਖਾ, ਸਭ ਨਹੀਂ ਥਾ ਤਾਂ ਪਉ ਕਿਹਾ ਕਾੜਾ ਜੀਓ। ਉਹ ਫਿਰ ਉਹਨਾਂ ਨੂੰ ਭੈ ਖਤਮ ਹੋ ਜਾਂਦਾ ਹੈ, ਆਪਦੇ ਮੂਲ ਨਾਲ ਜੁੜ ਜਾਂਦੇ, ਉਹਦੇ ਹੀ ਗੁਣ ਗਾਉਂਦੇ ਨੇ, ਉਹੀ ਹਰ ਕੇ ਗੁਣ ਗਾਉਂਦੇ ਨੇ।
ਉਹੀ ਤਾਂ ਬਾਣੀ ਕਹਿੰਦੀ ਆ ਆਪਾਂ, ਸਭ ਤੋਂ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਇਹ ਲਤਾ। ਹਰ ਕਥਾ ਹੈ ਭਾਈ, ਇਹਨੂੰ ਸੁਣਨਾ ਵਾ, ਵਿਚਾਰਨਾ ਵਾ, ਇਹਨੂੰ ਸੁਣਦੀ ਆਤਮਾ ਅਮਰ ਹੋ ਜਾਂਦੀਆਂ ਨੇ, ਗਤੀ ਹੋ ਜਾਂਦੀ ਹੈ ਇਹਦੀ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਹਾਂ, ਉਹ ਸਤਿਗੁਰ ਸਮਝਾਉਂਦੇ ਨੇ ਜਿਹੜੇ ਗੁਰਸਿੱਖ ਉਹ ਆਤਮਾ ਹੁੰਦੀਆਂ ਜਿਹੜੀਆਂ ਉਹਦੇ ਨਾਲ ਜੁੜੀਆਂ ਹੋਈਆਂ, ਉਹ ਤਾਂ ਇੱਕ ਖਿੰਨ ਵੀ ਦੂਰ ਨਹੀਂ ਰਹਿਣਾ ਚਾਹੁੰਦੇ। ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ। ਹਾਂ, ਸਰਵ ਵਿਆਪੀ ਸ਼ਕਤੀ ਹੈ, ਉਹਦੇ ਨਾਲ ਜੁੜੇ ਰਹਿੰਦੇ ਨੇ। ਜੇ ਆਪਾਂ ਸੁਖਮਨੀ ਸਤਿਗੁਰਾਂ ਦੇ ਵਚਨ ਲਈਏ, ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ। ਰਾਮਦਾਸ ਹੈ ਜੀ ਹੁੰਦੇ, ਉਹਨੂੰ ਕੋਈ ਜੁਗਤੀ ਹੁੰਦੀ ਹੈ, ਵਿਧੀ ਹੁੰਦੀ, ਸੰਸਾਰ 'ਚ ਕੰਮਕਾਰ ਕਰਦੇ ਹੋਏ ਵੀ ਉਹਦੇ ਨਾਲ ਜੁੜੇ ਰਹਿੰਦੇ ਨੇ, ਕਿਉਂਕਿ ਸਰਵ ਵਿਆਪੀ ਹੈ। ਸੋ ਪ੍ਰਭ ਚਿੱਤ ਨ ਆਵੀ ਕਿਤੜਾ ਦੁੱਖ ਗਣਾ। ਸਤਿਗੁਰੂ ਸਮਝਾਉਂਦੇ ਨੇ ਵੀ ਐਡਾ ਵੱਡਾ ਉਹ ਪ੍ਰਭ, ਐਡੀ ਵੱਡੀ ਸ਼ਕਤੀ ਸਤਿਗੁਰ ਜਾਗਤਾ ਹੈ ਦੇ, ਉਹ 84 ਲੱਖ ਜੂਨੀ 'ਚੋਂ ਜਾਗਦਾ ਆਇਆ, ਮਨ ਹਰ ਇੱਕ ਜੂਨੀ ਜਾ ਕੇ ਸੌਂ ਜਾਂਦਾ ਹੈ। ਵੀ ਤੁਹਾਨੂੰ ਉਹ ਨਾ ਚੇਤਾ ਆਇਆ ਭਾਈ, ਬੜੇ ਦੁੱਖ ਦੀ ਗੱਲ ਹੈ। ਬੰਦੇ ਨੂੰ ਹੀ ਰੱਬ ਮੰਨਣ ਲੱਗ ਗਏ ਅਸੀਂ, ਜੜ ਦੀ ਪੂਜਾ ਕਰਨ ਲੱਗ ਗਏ। ਉਹ ਥੱਲੇ ਦੀਆਂ ਭਗਤੀਆਂ ਨੇ ਸਾਰੀਆਂ, ਉਹ 'ਚ ਤਾਂ ਕੁਛ ਨਹੀਂ ਹੁੰਦਾ ਹੈਗਾ। ਉਹ ਸਾਡਾ ਇੱਕ ਸੰਕਲਪ ਜ਼ਰੂਰ ਹੁੰਦਾ ਉਹਦੇ ਵਿੱਚ, ਪ੍ਰਾਪਤੀ ਸਾਨੂੰ ਇੱਥੇ ਆ ਕੇ ਹੁੰਦੀ ਹੈ। ਸੋ ਪ੍ਰਭ ਚੇਤਨਾ ਵੀ ਕਿਤੜਾ ਦੁੱਖ ਗਣਾ। ਬੜੇ ਦੁੱਖ ਦੀ ਗੱਲ ਹੈ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਸਤਿਗੁਰ ਸਮਝਾਉਂਦੇ ਨੇ ਵੀ ਜਿਹੜੇ ਗੁਰਸਿੱਖਾਂ ਨੇ ਕਮਾਈ ਕੀਤੀ, ਗੁਰ ਸ਼ਬਦ ਦੀ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੇ, ਆਪਦਾ ਜੀਵਨ ਬਦਲਿਆ, ਅਤੇ ਭਾਗ ਮਣਾ ਉਹਨਾਂ ਕੋਲ ਤਾਂ ਬਹੁਤ ਕੁਛ ਹੈ, ਬੜੀ ਕਿਰਪਾ ਉਹਦੀ, ਤਾਂ ਉਹਨਾਂ ਕੋਲ ਤਾਂ ਖਜ਼ਾਨਾ ਹੈ ਨਾਮ ਦਾ। ਉਹ ਤਾਂ ਇੱਕ ਸਿੱਖ ਨਾਲ ਭਾਵੇਂ ਸਾਰਾ ਸੰਸਾਰ ਜਪ ਸਕਦਾ ਵਾ, ਕਿਉਂਕਿ ਪਿੱਛੋਂ ਹੀ ਆਉਣਾ ਹੁੰਦਾ, ਆਪਦਾ ਤਾਂ ਉਹਨਾਂ ਦਾ ਕੁਛ ਹੁੰਦਾ ਹੀ ਨਹੀਂਗਾ, ਕਿਉਂਕਿ ਕੁਦਰਤ ਨੇ ਰਹਿਮਤ ਨਹੀਂ ਦਿੱਤਾ ਹੁੰਦਾ। ਜਨ ਆਪਣੇ ਕੋ ਕੀਨੋ ਦਾਨ 'ਚ ਮਿਲਿਆ ਹੁੰਦਾ, ਉਵੇਂ ਹੀ ਦਾਨ 'ਚ ਬਣਦਾ, ਇਹਦੀ ਕੋਈ ਕੀਮਤ ਨਹੀਂ ਲੈਂਦਾ। ਫਰੀ ਉਹਨੂੰ ਮਿਲਿਆ ਹੁੰਦਾ, ਫਰੀ ਉਹ ਬਣਦਾ ਵਾ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਹਾਂ, ਸਤਿਗੁਰ ਸਮਝਾਉਂਦੇ ਨੇ ਲੋਚਦਾ ਤਾਂ ਸਾਰਿਆਂ ਦੀ ਇੱਛਾ ਤਾਂ ਸਾਰਿਆਂ ਹੀ ਦੇ ਅੰਦਰ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰ ਕੀ ਹੈ? ਜਦ ਤੱਕ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰੋਗੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸਤਿਗੁਰ ਕੀ ਹੈ। ਵਿਚਾਰ ਤੋਂ ਬਿਨਾਂ ਕਰਕੇ ਤਾਂ ਹੀ ਅਸੀਂ ਸੰਸਾਰੀ ਜੀਵਾਂ ਨੂੰ ਮੰਨ ਲੈਂਦੇ ਹਾਂ, ਕਿਸੇ ਨੂੰ ਰੱਬ ਮੰਨ ਲੈਂਦੇ ਹਾਂ, ਕਿਸੇ ਸਤਿਗੁਰ ਮੰਨ ਲੈਂਦੇ, ਕਿਸੇ ਨੂੰ ਕੁਛ ਮੰਨ ਲੈਂਦੇ ਹਾਂ। ਉਹ ਸਾਡੀ ਅਗਿਆਨਤਾ ਵਾ। ਜਦ ਤੱਕ ਸਤਿਗੁਰ ਸਮਝਾਉਂਦੇ ਨੇ ਔਰ ਸ਼ਬਦ ਦੀ ਤੁਸੀਂ ਵਿਚਾਰ ਨਹੀਂ ਕਰਦੇ, ਤੁਹਾਨੂੰ ਗਿਆਨ ਨਹੀਂ ਹੁੰਦਾ ਸਤਿਗੁਰ ਕੀ ਹੈ, ਸਾਧ ਕੀ ਹੈ। ਸਾਧ ਅਸਾਧ ਜਾਣਿਓ ਨਹੀਂ, ਜਾਣਿਆ ਹੀ ਨਹੀਂ ਸਾਧ ਕੀ ਹੈ, ਸਾਧ ਕੀ ਹੈ, ਤਾਂ ਫਸ ਜਾਂਦੇ ਹਾਂ ਅਸੀਂ। ਉਹੀ ਸਤਿਗੁਰ ਸਮਝਾਉਂਦੇ ਨੇ ਭਾਈ, ਜੇ ਹਰ ਦਾ ਦਰਸ਼ਨ ਕਰਨਾ ਵਾ ਤਾਂ ਗੁਰਬਾਣੀ ਦਾ ਊੜ ਆਸਰਾ ਤੁਹਾਨੂੰ ਲੈਣਾ ਪਊਗਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ। ਸਤਿਗੁਰ ਸਮਝਾਉਂਦੇ ਨੇ ਉਹਦਾ ਚੇਤ ਹੋ ਗਿਆ ਭਾਈ, ਪਰ ਜੇ ਮਿਲਿਆ ਨਹੀਂ ਚੇਤ ਤਾਂ ਚਲਿਆ ਗਿਆ, ਫਿਰ ਉਹਦਾ ਚੇਤ ਹੋ ਗਿਆ। ਜਿਹੜੇ ਗੁਰਸਿੱਖ ਨੇ ਪਹਿਲਾਂ ਤਾਂ ਆਪ ਕਮਾਈ ਕੀਤੀ, ਫਿਰ ਸਿੱਖ ਸੰਗਤ ਨੂੰ ਸਮਝਾਇਆ, ਜੇ ਉਹ ਸਮਝ ਗਏ, ਉਹਨਾਂ ਦਾ ਮਨ ਭਾਣੇ 'ਚ ਆ ਗਿਆ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੇ, ਤਾਂ ਫਿਰ ਉਹਨਾਂ ਦਾ ਜਿਹੜਾ ਜੀਵਨ ਹੈ ਚੇਤ ਉਹਨਾਂ ਦਾ ਪੂਰਾ ਹੋ ਗਿਆ। ਇਹ ਪਹਿਲਾ ਜਿਹੜਾ ਮਹੀਨਾ ਸੀ ਚੇਤ ਦਾ, ਉਹ ਸਮਝਾਇਆ ਸਤਿਗੁਰਾਂ ਨੇ ਆਪਾਂ ਨੂੰ। ਵੈਸਾਖ ਧੀਰਨ ਕਿਉਂ ਵਾਢਿਆ ਜਿੰਨਾ ਪ੍ਰੇਮ ਬਸੋ। ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਬਸੋ। ਬੇਸਾਖ ਸਾਖ ਤਾਂ ਕੋਈ ਉਪਜੀ ਹੀ ਨਹੀਂ ਹੈਗੀ, ਨਾਮ ਬੀਜਣਾ ਸੀ, ਹਲ ਤਾਂ ਹਿਰਦਾ ਰੂਪ ਮਨ ਸਾਫ਼ ਹੀ ਨਹੀਂ ਹੋਇਆ ਸਾਡਾ। ਹੁਣ ਬੱਤੇ ਹਰ ਨਾਮ ਨਾ ਬੀਜੋ, ਜਿਹੜਾ ਬੀਜਣਾ ਸੀ ਉਹੀ ਉੱਗਣਾ ਸੀਗਾ, ਉਹ ਤਾਂ ਬੀਜਿਆ ਹੀ ਨਹੀਂ ਅਸੀਂ ਹਾਲੇ। ਵਿਸਾਖ ਦੇ ਵਿੱਚ ਵੱਢਦੇ ਨੇ ਨਾ ਵਾਢੀਆਂ ਜੀ। ਵਿਸਾਖ ਧੀਰਨ ਕਿਉਂ ਵਾਢੀਆਂ, ਧੀਜ ਨਹੀਂ ਹੁੰਦਾ, ਮਨ ਟਿਕਿਆ ਨਹੀਂ ਹੁੰਦਾ, ਕਾਹਲੀ ਹੁੰਦੀ ਹੈ ਹਰ ਇੱਕ ਨੂੰ। ਜਿਵੇਂ ਆਪਾਂ ਕਹਿੰਦੇ ਫਟਾਫਟ ਆਪਣੇ ਦਾਣੇ ਭਾਈ ਘਰੇ ਪਹੁੰਚ ਜਾਣ, ਐਵੇਂ ਜਿਵੇਂ ਉਹ ਕਿਸਾਨ ਖੇਤੀਬਾੜੀ ਨੂੰ ਲੱਗੇ ਹੋਏ ਨੇ, ਅੱਗੇ ਆ ਜਾਣਾ ਹਰ ਸੱਜਣ ਪੁਰਖ ਵਿਚਾਰ ਕੇ ਲੱਗੀ ਮਾਇਆ ਧਰੋ 'ਚ ਲੱਗਿਆ ਸਾਰਾ ਸੰਸਾਰ, ਮਾਇਆ ਇਕੱਠੀ ਕਰਨ ਲੱਗਿਆ, ਇੱਕ ਦੂਜੇ ਨਾਲ ਠੱਗੀਆਂ ਕਰਨ ਲੱਗੇ ਹੋਏ ਨੇ। ਜਿਵੇਂ ਕਿਸਾਨ ਵਿਸਾਖ ਦੇ ਵਿੱਚ ਵੱਢ ਕੇ ਫਟਾਫਟ ਵੀ ਸਾਡੇ ਘਰੇ ਫਸਲ ਪਹੁੰਚ ਜਾਵੇ, ਜੈਂਟਸ ਘਰੇ ਪਹੁੰਚ ਜੇ, ਖਰਾਬ ਨਾ ਹੋ ਜੇ, ਧੀਜ ਨਹੀਂ ਨਾ ਹੁੰਦਾ ਜੀ। ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਬਿਨਾਸੀ ਹੋ। ਇਹ ਵੀ ਜਾਣਦੇ ਨੇ ਵੀ ਇੰਨੀ ਕੁ ਸਮਝ ਹੈਗੀ ਆਪਾਂ ਨੂੰ ਵੀ ਸੰਸਾਰ ਨੂੰ ਵੀ ਹੈਗੀ ਆ, ਦੇਖਦੇ ਵੀ ਆਪਾਂ। ਇਹ ਤਾਂ ਬੁੱਧੀ ਦਾ ਹੀ ਗਿਆਨ ਹੈ, ਸੰਸਾਰੀ ਮਾਇਆ ਦਾ। ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਬਿਨਾਸੀ ਹੋ, ਉਹ ਅਬਿਨਾਸੀ ਹੈ ਹਰ।
ਉਹ ਜੰਮਣ ਮਰਨ ਤੋਂ ਪਰੇ ਆ, ਇੰਨਾ ਵੀ ਪਤਾ, ਕਹਿੰਦੇ ਵੀ ਨੇ। ਸੁਣ ਆਖੇ ਵੱਡਾ ਸਭ ਕੋਏ, ਸੁਣੀ ਸੁਣੀਆਂ ਗੱਲਾਂ ਗਾਹਾਂ ਕਹੀ ਜਾਂਦੇ ਨੇ, ਜੀ। ਪਰ ਗੁਰ ਸ਼ਬਦ ਤੋਂ ਬਿਨਾਂ ਇਹਦੀ ਸਮਝ ਨਹੀਂ ਆਉਂਦੀ ਹੈਗੀ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ। ਹਾਂ, ਪਲਚ ਪਲ ਸਗਲੀ ਮੂਈ, ਮਾਇਆ ਦੇ ਵਿੱਚ ਲੱਗੇ ਹੋਏ ਨੇ, ਧਰੋਹ ਕਰਦੇ ਨੇ ਇੱਕ ਦੂਜੇ ਨੇ, ਕੋਈ ਧਰਮ ਦੇ ਨਾਂ 'ਤੇ ਕਰ ਰਿਹਾ। ਇਹ ਜੋ ਸੰਸਾਰ ਪੈਦਾ ਕੀਤਾ ਕੁਦਰਤ ਨੇ, ਰਜਗੁਣ ਸਤਗੁਣ ਤਮ ਗੁਣ ਕਹੀਏ, ਇਹ ਤੇਰੀ ਹੈ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, ਤਿੰਨ ਹੀ ਪਰਮ ਪਦ ਪਦ ਪਾਏ। ਪਾਏ। ਜਿਹੜੇ ਚੌਥੇ ਚਲੇ ਜਾਂਦੇ ਨੇ ਉਹੀ ਸਮਝ ਕੇ ਸਮਝਾਉਂਦੇ ਨੇ। ਬਾਕੀ ਤਾਂ ਮਾਇਆ ਦੇ ਜਿਹੜੇ ਗੁਣ ਨੇ ਉਹ ਸਾਡੇ ਅੰਦਰ ਇੱਛਾ ਪੈਦਾ ਹੋ ਜਾਂਦੀਆਂ ਨੇ। ਸਤੋ ਗੁਣੀ ਨੇ ਰਾਜ ਦੀ ਇੱਛਾ ਪੈ ਜਾਂਦੀ ਆ। ਇਹ ਤਿੰਨਾਂ ਗੁਣਾਂ ਜਿਹੜੀ ਸ੍ਰਿਸ਼ਟੀ ਇੱਕ ਨੇ ਚੱਲਦੀ ਰਹਿੰਦੀ ਹੈ। ਪਲਚ ਪਲਚ ਸਗਲੀ ਮੂਈ, ਜੰਮੀ ਜੰਮੀ ਜਾਂਦੇ ਮਰੀ ਜਾਂਦੇ। ਝੂਠੇ ਧੰਦੇ ਨੇ ਸਰੀਰ ਕਰਕੇ। ਆਤਮਾ ਦਾ ਜਿਹੜਾ ਕਰਨ ਆਇਆ ਸੀ ਉਹ ਰਹਿ ਗਿਆ। ਇੱਕ ਹਰ ਕੇ ਨਾਮ ਬਿਨ, ਅੱਗੇ ਲਈਏ ਖੋ। ਕੋਈ ਸਤਿਗੁਰ ਸਮਝਾਉਂਦੇ ਨੇ, ਇੱਕ ਸਰ ਕੇ ਨਾਮ ਬਿਨ ਅੱਗੇ ਲਈਏ ਖੋ। ਅੱਗੇ ਕੀ ਖੋਂਦੇ ਆ ਹੁਣ, ਇਹਨੂੰ ਵਿਚਾਰੀਏ ਆਪਾਂ। ਇਹ ਵਿਚਾਰਨ ਵਾਲਾ ਵਿਸ਼ਾ ਵਾ। ਸਰੀਰ ਤਾਂ ਇੱਥੇ ਖੋਹ ਲਿਆ, ਸੰਪਦ ਵੀ ਖੋਲੀ, ਆਤਮਾ ਕੱਲੀ ਹੀ ਗਈ, ਫਿਰ ਅੱਗੇ ਕੀ ਖੋਇਆ ਤੂੰ? ਜੇ ਇਹਨੂੰ ਇੱਥੇ ਰਾਜ ਦਿੱਤਾ, ਉੱਚੀਆਂ ਪਦਵੀਆਂ ਦਿੱਤੀਆਂ ਇਹਨੂੰ, ਇਹਨੇ ਠੱਗੀਆਂ ਲਾਈਆਂ। ਜੇ ਆਪਾਂ ਆਸਾ ਦੀ ਬਾਤ ਸਤਿਗੁਰਾਂ ਦੇ ਬਚਨ ਲਈਏ, ਵੱਡਾ ਹੋਆ ਦੁਨੀਦਾਰ, ਹਾਂ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕਿਰਤ ਬਾਚੀਏ, ਮੈਂ ਲੇਖਾ ਕਰ ਸਮਝਾਇਆ ਗਿਆ ਇਹਨੂੰ ਵੀ ਤੂੰ ਐ ਨਾ ਸਮਝ ਵੀ ਜੋ ਤੂੰ ਰਾਜ ਕਰ ਰਿਹਾ ਵਾ, ਤੇਰੇ ਪਿੱਛੇ ਸ਼ਕਤੀ ਕੰਮ ਕਰ ਰਹੀ ਹੈ, ਇਹਦਾ ਤੇਰਾ ਲੇਖਾ ਜਿਹੜਾ ਹੈਗਾ ਇਹ ਵੱਧ ਰਿਹਾ ਵਾ। ਇਹ ਤੇ ਵਿਚਾਰ ਹੋ ਰਹੀ ਆ, ਅੱਗੇ ਤੇਰਾ ਹਿਸਾਬ ਕਿਤਾਬ ਹੋਣਾ ਵਾ। ਲੇਖਾ ਰੱਬ ਮਗੇਸੀਆਂ ਤੂੰ ਆਇਓ ਕਿਹੜੇ ਕੰਮ। ਉਹ ਫਿਰ ਖੋਂਦੇ ਨੇ ਤੂੰ ਕੀ ਖੋਂਦੇ ਨੇ? ਉੱਚੀਆਂ ਪਦਵੀਆਂ ਲੈ ਕੇ ਜਿਹੜੀਆਂ ਬੁੱਧੀਆਂ ਲੋਕਾਂ ਨੂੰ, ਸੰਗਤ ਨੂੰ ਤੰਗ ਕਰਦੇ ਨੇ, ਉਹਨਾਂ ਨੂੰ ਫਿਰ ਉਹਦਾ ਜਿਹੜਾ ਹੰਕਾਰ ਹੈ ਤੋੜਿਆ ਜਾਂਦਾ, ਉਹਨਾਂ ਦੀ ਬੁੱਧੀ ਨਸ਼ਟ ਕੀਤੀ ਜਾਂਦੀ ਹੈ। ਸਭੇ ਬੁੱਧੀ ਜਾਲੀਏ ਰਹੇ ਤਤ ਗਿਆਨ। ਕੀ ਰਹਿ ਜਾਂਦਾ ਉਹਦੀ ਬੁੱਧੀ ਦੇ ਵਿੱਚ? ਉਹ ਤਤ ਗਿਆਨ ਰਹਿ ਜਾਂਦਾ। ਤਤ ਗਿਆਨ ਕਿਹਦੇ ਕੋਲੇ ਹੁੰਦਾ? ਜਿਹੜੇ ਗੁਰਸਿੱਖ ਸੰਗਤ ਨੇ ਬਾਣੀ ਨੂੰ ਸੁਣਿਆ, ਪ੍ਰੇਮ ਨਾਲ ਭਾਣੇ 'ਚ ਉਹਨਾਂ ਦਾ ਆਇਆ, ਉਹਨਾਂ ਨੂੰ ਗਿਆਨ ਹੋਇਆ, ਉਹ ਤਤ ਗਿਆਨ ਉਹ ਬਚ ਜਾਂਦਾ ਹੈ। ਉਹਨਾਂ ਦਾ ਜੰਮਣ ਮਰਨ ਤੋਂ ਛੁਟਕਾਰਾ ਹੁੰਦਾ ਨਹੀਂ। ਦੂਜਿਆਂ ਨੂੰ ਜਨਮ ਮਰਨ 'ਚ ਫਿਰ ਪਾਇਆ ਜਾਂਦਾ ਵਾ। ਇਹੀ ਅਗਨੀ ਪ੍ਰੀਖਿਆ ਵਾ। ਜਿਵੇਂ ਉਹ ਕਹਿੰਦੇ ਸੀ ਵੀ ਰਾਮ ਕਹਿੰਦਾ ਵਾ ਵੀ ਸੀਤਾ ਦੀ ਅਗਨੀ ਪ੍ਰੀਖਿਆ ਲੈਣੀ ਹੈ ਮੈਂ, ਵੀ ਇੰਨੇ ਚਿਰ ਬਾਅਦ ਆਈ ਹੈ। ਉਹ ਕਹਾਣੀਆਂ ਨੇ ਉਹਨਾਂ ਦੇ ਧਰਮ ਦੇ ਹਿਸਾਬ ਨਾਲ, ਪਰ ਆਪਣਾ ਵਿਸ਼ਾ ਨਹੀਂ ਹੈਗਾ ਇਹ। ਆਪਣਾ ਤਾਂ ਜਿਹੜਾ ਹੈਗਾ ਆਤਮ ਗਿਆਨ ਹੈ, ਬਾਣੀ ਬ੍ਰਹਮ ਗਿਆਨ ਹੈ। ਇਹਨੂੰ ਵਿਚਾਰਨਾ ਵਾ। ਵਿਚਾਰ ਤੋਂ ਬਾਅਦ ਆਪਾਂ ਨੂੰ ਬ੍ਰਹਮ ਗਿਆਨ ਪੈਦਾ ਹੋਣਾ, ਬ੍ਰਹਮ 'ਚ ਲੀਨ ਹੋਣਾ ਆਤਮਾ ਨੇ। ਦਇਆ ਵਿਸਾਰਨ ਬਗੂਚਣਾ, ਪ੍ਰਭ ਬਿਨ ਅਵਰ ਨ ਕੋਇ। ਹਾਂ, ਦਇਆ ਬਗਾ ਜੀ ਨੇ ਸਾਰੀ ਕਿਰਪਾ ਸ੍ਰਿਸ਼ਟੀ ਸਾਜੀ ਹੈ, ਉਹਦੀ ਦੇਖਭਾਲ ਕਰ ਰਿਹਾ ਹੈ। ਹਵਾ ਪਾਣੀ ਪਾਉਣ ਸਾਰਾ ਕੁਝ ਬਣਾਇਆ ਉਹਨੇ, ਚੰਦ ਸੂਰਜ ਸਰੀਰ ਦਿੱਤੇ। ਜੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਜਿੰਤੂ ਸਾਜ ਸਵਾਰ ਸੰਗਾਰਿਆ, ਗਰਭ ਅਗਨ ਮੇ, ਜਿਨੇ ਅਵਾਰ। ਗਰਭ ਦੇ ਵਿੱਚ ਵੀ ਰੱਖਿਆ ਕੀਤੀ ਗਈ। ਫਿਰ ਉਹਨੂੰ ਵਿਸਾਰ ਕੇ ਬਗੋਚਣਾ ਹੀ ਆ। ਫਿਰ ਦੋਏ ਵਿਸਾਰ ਬਗੂਚਣਾ, ਪ੍ਰਭ ਬਿਨ ਅਵਰ ਨ ਕੋਇ। ਉਹਦੀ ਬਿਨਾਂ ਤਾਂ ਹੋਰ ਕੋਈ ਹੈ ਹੀ ਨਹੀਂ। ਸਰੀਰ ਛੱਡਾਂਗੇ ਫਿਰ ਉਹਦੇ ਅੱਗੇ ਜਾਣਾ ਵਾ। ਹੁਕਮ ਤੋਂ ਬਿਨਾਂ ਜਨਮ ਨਹੀਂ ਹੋਣਾ। ਪ੍ਰੀਤਮ ਚਰਨੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਹਾਂ, ਸਤਿਗੁਰੂ ਸਮਝਾਉਂਦੇ ਨੇ ਜਿਹੜੀ ਪ੍ਰੀਤਮ ਦੇ ਚਰਨੀ। ਪ੍ਰੀਤਮ ਕੀ ਹੈ? ਹਰ ਅੰਤਰਾਤਮਾ ਦੀ ਆਵਾਜ਼ ਹੈ, ਉਹਦੇ ਹੀ ਨਾਂ ਨੇ ਸਾਰੇ। ਗੋਬਿੰਦ ਵੀ ਉਹਦਾ ਨਾਂ ਹੀ ਹੈ, ਠਾਕਰ ਵੀ ਉਹਦਾ ਨਾਂ ਹੀ ਹੈ, ਵਾਸਦੇਵ ਵੀ ਉਹਦਾ ਨਾਂ ਹੀ ਹੈ, ਸਾਰੇ ਉਹਦੇ ਹੀ ਨਾਂ ਨੇ। ਸਤਿਗੁਰੂ ਵੀ ਉਹਦਾ ਨਾਂ ਹੀ ਹੈ। ਫਿਰ ਪੜੋ, ਪ੍ਰੀਤਮ ਚਰਨੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਹਾਂ, ਜਿਹੜੇ ਉਹਦੇ ਚਰਨਾਂ ਨਾਲ ਜੁੜੇ ਹੋਏ ਨੇ। ਚਰਨ ਕੀ ਨੇ? ਹੁਣ ਚਰਨ ਨੇ ਆਤਮਾ ਦੇ ਗੁਣ। ਨਿਰਭਉ ਪਹਿਲਾ ਚਰਨ ਮਿਲਣਾ ਆਪਾਂ ਨੂੰ, ਫਿਰ ਆਤਮਾ ਨੇ ਨਿਰਵੈਰ ਹੋ ਜਾਣਾ, ਫਿਰ ਕਾਲ ਤੋਂ ਮੁਕਤ ਹੋ ਜਾਣਾ, ਫਿਰ ਜਿਉਂਦੀ ਹੈ ਅਜੂਨੀ ਸਰੀਰ ਤੋਂ ਨਹੀਂ ਪਰੇ ਹੋ ਜਾਣਾ ਵਾ। ਉਹਨੂੰ ਹੀ ਕਹਿਣਾ ਸ਼ਬਦ ਮਰੈ, ਫਿਰ ਜੀਵੇ ਫੁਨ ਹੀ, ਫਿਰ ਬੌਰ ਨਾ ਮਰਨਾ ਹੋਈ। ਉਹਨਾਂ ਦਾ ਜਨਮ ਮਰਨ ਫਿਰ ਖਤਮ ਹੋ ਜਾਂਦਾ। ਜਿਹੜੀ ਉਹਦੇ ਚਰਨੀ ਲੱਗ ਜਾਂਦੇ ਨੇ। ਚਰਨੀ ਕਿਵੇਂ ਲੱਗਣਾ? ਪਹਿਲੇ ਗੁਣ ਪ੍ਰਾਪਤ ਕਰਨੇ ਪੈਣੇ ਆ। ਹੁਣ ਸਾਨੂੰ ਕੀ ਪ੍ਰਾਪਤ ਹੋਣਾ? ਪਹਿਲਾਂ ਗੁਰਬਾਣੀ 'ਚੋਂ ਨਿਰਭਉ ਗੁਣ ਪ੍ਰਾਪਤ ਹੋਣਾ, ਫਿਰ ਅਸੀਂ ਨਿਰਵੈਰ ਹੋ ਜਾਣਾ। ਇਹ ਹੌਲੀ ਹੌਲੀ ਕਰਕੇ ਚਾਰੇ ਗੁਣ ਸਾਡੇ 'ਚ ਆ ਜਾਣੇ ਨੇ। ਫਿਰ ਤੁਸੀਂ ਪ੍ਰੀਤਮ ਦੇ ਚਰਨੀ ਲੱਗ ਸਕਦੇ ਹੋ। ਫਿਰ ਤੁਹਾਡਾ ਸੰਸਾਰ 'ਚੋਂ ਛੁਟਕਾਰਾ ਹੋ ਸਕਦਾ। ਜਿਨ੍ਹਾਂ ਦੇ ਚਰਨਾਂ ਨਾਲ ਲੱਗੀ ਹੋਈ ਸੰਗਤ, ਕੋਈ ਵੀ ਹੋ ਸਕਦਾ ਗੁਰਸਿੱਖ, ਉਹ ਨਿਰਮਲ ਨੇ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਹਾਂ, ਨਾਨਕ ਕੀ ਪ੍ਰਭ ਬੇਨਤੀ। ਇਹ ਬੇਨਤੀ ਆ, ਇਹੀ ਬੇਨਤੀ ਆਪਾਂ ਕਰਨੀ ਆ। ਉਹਦੀ ਪ੍ਰਾਪਤੀ ਖਾਤਰ ਤਾਂ ਆਪਾਂ ਨੂੰ ਜਨਮ ਮਿਲਿਆ। ਪਈ ਪ੍ਰਾਪਤ
ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀ। ਬੇੜਾ ਵਾ ਕਰੋ ਬਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ। ਬੇਲਾ। ਸੰਤ ਦਾ ਦਰਸ਼ਨ ਕਰਨਾ, ਹੁਣ ਸੰਤ 'ਚ ਲੀਨ ਹੋਣਾ, ਪਰ ਸੰਤ ਹੀ ਆਪ ਬਣ ਗਿਆ ਇਹ, ਤਾਂ ਕਰਕੇ ਰਹਿ ਗਿਆ। ਬੈਸਾਖ ਸੁਹਾਵਾ ਤਾਂ ਲੱਗੇ, ਜਾਂ ਸੰਤ ਭੇਟੇ ਹਰ ਸੋਏ। ਹਾਂ ਤੂੰ ਸਮਝਾਉਂਦੇ ਨੇ ਵਿਸਾਖ ਉਹਦੀ ਖਾਤਰ ਹੀ ਵਧੀਆ ਵਾ ਭਾਈ ਇਹ, ਜਿਹਨੂੰ ਸੰਤ ਮਿਲ ਗਿਆ, ਜਿਹਨੂੰ ਸੱਚ ਦਾ ਗਿਆਨ ਮਿਲ ਗਿਆ, ਭੇਟੇ ਹੁੰਦਾ ਮਿਲ ਗਿਆ, ਉਸ ਤੋਂ ਬਾਅਦ ਹਰ ਦੀ ਪ੍ਰਾਪਤੀ ਹੋ ਗਈ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨਾ। ਹਾਂ ਹਰ ਜੇਠ ਆ ਗਿਆ। ਹੁਣ ਜੇਠ ਕੀ ਹੁੰਦਾ? ਵੱਡਾ ਬਾਣੀ 'ਚ ਨਾ ਜਿਹੜੇ ਮਾਇਆ ਦੇ ਪ੍ਰਮਾਣ ਲਏ ਹੋਏ ਨੇ, ਨਿਰਾਕਾਰ ਦੁਨੀਆ ਨੂੰ ਸਮਝਾਉਣ ਖਾਤਰ ਲਏ ਹੋਏ ਨੇ, ਕਿਉਂਕਿ ਆਪਣਾ ਉਹਦੇ ਨਾਲ ਹੀ ਜੁੜਨਾ। ਹਰ ਜੇਠ ਵੱਡਾ ਵਾ, ਹਰ ਜੁੜਨ ਦਾ ਲੋੜੀ, ਸਾਰਿਆਂ ਨੂੰ ਲੋੜ ਆ ਉਹਦੀ ਅੱਗੇ ਨਿਭਣਾ ਸਾਰਿਆਂ ਨੇ, ਉਹ ਤੋਂ ਹੀ ਜਨਮ ਹੋਣਾ ਹੈ, ਉਹਦੇ ਨਾਲ ਮਿਲ ਕੇ ਇਹਦੀ ਜਿਹੜੀ ਗਤੀ ਹੋਣੀ ਹੈ, ਫਿਰ ਉਹਦੀ ਲੋੜ ਆ। ਉਹੀ ਸਤਿਗੁਰ ਸਮਝਾ ਰਹੇ ਨੇ, ਹਰ ਜੇਠ ਜੁੜਨ ਦਾ ਲੋੜੀਏ, ਜਿਸ ਅੱਗੇ ਸਭ ਨਿਵੰਨ, ਸਾਰੇ ਹੀ ਉਹਦੇ ਅੱਗੇ ਨਿਭਦੇ ਨੇ। ਹਾਂ ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਇੱਥੇ ਸਤਿਗੁਰ ਆਪਾਂ ਨੂੰ ਸਮਝਾਉਣਾ ਚਾਹੁੰਦੇ ਨੇ ਵੀ ਇਹ ਭਰਮ 'ਚ ਨਾ ਰਹੋ ਭਾਈ, ਵੀ ਤੁਹਾਨੂੰ ਕੋਈ ਪੱਲਾ ਫੜਾ ਦਊਗਾ, ਤੁਹਾਨੂੰ ਇਹਦੀ ਭਗਤੀ ਆਪ ਕਰਨੀ ਪੈਣੀ ਹੈ। ਹਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੋਗੇ, ਆਪੇ ਕਿਰਪਾ ਉਹਨੇ ਕਰਨੀ ਹੈ, ਤੁਹਾਨੂੰ ਗਿਆਨ ਹੋ ਹੀ ਜਾਣਾ, ਭਗਤੀ ਆਪੇ ਥੋੜ੍ਹੀ ਸ਼ੁਰੂ ਹੋ ਜਾਣੀ ਹੈ। ਫਿਰ ਪੜੋ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਬੱਚੇ ਨਹੀਂ ਕੋਈ ਕਰ ਸਕਦਾ ਉਹਦੇ ਵਿੱਚ, ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ। ਜਿਵੇਂ ਆਮ ਧਰਮ ਪ੍ਰਚਲਿਤ ਪਹਿਲਾਂ ਕਹਿੰਦੇ ਆਏ ਨੇ, ਪਾਰ ਲਗਾ ਦਾਂਗੇ, ਕੋਈ ਕਹਿੰਦਾ ਬਾਂਹ ਫੜ ਕੇ, ਕੋਈ ਕਹਿੰਦਾ ਸੀ ਕੁਛ ਕਹਿੰਦਾ ਸੀਗਾ, ਚਲੋ ਆਪਣਾ ਪੇਸ਼ਾ ਨਹੀਂ, ਆਪਾਂ ਕੀ ਲੈਣਾ, ਆਪਾਂ ਨਿੰਗਣਾ ਕਿਵੇਂ, ਆਪਾਂ ਤਾਂ ਉਹ ਦੇਖਣਾ ਵਾ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ, ਉੱਥੇ ਕਿਸੇ ਨੇ ਨਹੀਂ ਪੱਲਾ ਫੜਾਉਣਾ। ਇੱਥੇ ਬੱਚਿਆਂ ਦਾ ਵੀ ਵਿਆਹ ਕਰਾਉਂਦੇ ਆਪਾਂ, ਭਾਈ ਪੱਲਾ ਫੜਾ ਦਿੰਦੇ, ਉੱਥੇ ਆਤਮਾ ਨੇ ਪ੍ਰਾਤਮਾ ਦਾ ਪੱਲਾ ਆਪ ਹੀ ਫੜਨਾ ਵਾ। ਜੇ ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲਿਆਈਏ, ਜਿੱਤ ਦਿਹਾੜੇ ਧਨ ਬਰੀ ਸਾਹੇ ਲਹੇ ਲਿਖਾ। ਹਾਂ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ। ਵੱਡਾ ਹੋ ਜਾਊਗਾ ਸ਼ਬਦ ਆਪਾਂ ਅੱਗੇ ਤੋਂ ਲੈ ਲੈਂਦੇ ਹਾਂ। ਆਪਣ ਹੱਥੀਂ ਝੋਲ ਕਹਿ ਗੱਲ ਲੱਗੇ ਤਾਂ ਇਹ ਆਪ ਹੀ ਲੱਗਣਾ ਪੈਣਾ ਵਾ। ਆਪਣ ਹੱਥੀਂ ਆਪਣਾ ਆਪੇ ਹੀ ਕਾਸ, ਆਪ ਹੀ ਕਾਸ ਵਾਰਨਾ ਭਾਈ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੇ ਨਾਹੀ ਸਨ। ਹਾਂ ਇਹ ਮਾਣਕ ਮੋਤੀ ਨੇ ਭਾਈ, ਨਾਮ ਆਤਮਾ ਦੇ, ਇਹ ਪ੍ਰਭ ਤੋਂ ਪ੍ਰਾਪਤ ਹੁੰਦੇ ਹੈ, ਪ੍ਰਭ ਦਾ ਗਿਆਨ ਹੈ। ਉਹਨੂੰ ਲਾਗੇ ਨਾ ਹੀ ਸਨ, ਉਹਨੂੰ ਕੋਈ ਚੋਰ ਨਾ ਅੱਗ, ਕੋਈ ਚੀਜ਼ ਉਹਨੂੰ ਜਾਲ ਨਹੀਂ ਸਕਦੀ, ਭਾਏ ਨਾ ਸਕੇ ਜਾਲੇ, ਤਸਕਰ ਨਾ ਲੇਵੇ, ਇਹਨੂੰ ਕੋਈ ਚੁਰਾ ਨਹੀਂ ਸਕਦਾ। ਇਹ ਆਤਮਾ ਦਾ ਮਾਣਕ ਮੋਤੀ ਨੇ। ਜੇ ਆਪਾਂ ਸਤਿਗੁਰਾਂ ਦੇ ਵਚਨ ਲਈਏ, ਜਪਜੀ ਸਾਹਿਬ ਦੇ, ਮਤ ਮੇ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ। ਫਿਰ ਇੱਕ ਸਿੱਖ ਗੁਰੂ ਦੀ ਸੁਣਨੀ ਪਊਗੀ, ਤਈਓ ਗੱਲ ਬਣੂਗੀ ਨਾ। ਮਾਰਗ ਮੋਤੀ ਵਿਖਰੇ ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ ਜਗਤ ਲੰਘੇ ਜਾਏ, ਭਗਤ ਕਬੀਰ ਜੀ ਕਹਿੰਦੇ ਨੇ। ਰੰਗ ਸਭੇ ਨਰੈਣੇ, ਜੇਤੇ ਮਨ ਭਵਨ। ਹਾਂ ਉਹ ਬਸਤਾ ਵਾਲਿਆਂ ਨੂੰ ਸਮਝ ਆ ਜਾਂਦੀ ਹੈ ਵੀ ਜਿਹੜਾ ਜਿੰਨੇ ਵੀ ਗਿਆਨ ਨੇ, ਰੰਗ ਹੁੰਦੇ ਨੇ ਗਿਆਨ, ਜਿੰਨੇ ਵੀ ਸੰਸਾਰ ਦੇ ਗਿਆਨ ਨੇ ਸਾਰੇ, ਜੋ ਵੀ ਕੁਦਰਤ ਨੇ ਰਹਿਮਤ ਕੀਤੀ ਹੈ, ਬੜੀ ਬੜੀਆਂ ਪਦਮੀਆਂ ਛੋਟੀਆਂ ਸਾਰੀਆਂ ਉਹਨੇ ਸਿਸਟਮ ਬਣਾਇਆ ਕੁਦਰਤ ਨੇ। ਫਿਰ ਮਨ ਨੂੰ ਕੀ, ਮਨ ਤਾਂ ਫਿਰ ਨਾਰਾਇਣ ਦਾ ਰੰਗ ਹੀ ਚੰਗਾ ਲੱਗਦਾ, ਨਾਮ ਹੀ ਪ੍ਰਾਪਤ। ਪਹਿਲਾਂ ਤਾਂ ਬਾਹਰਲੇ ਮਾਇਆ ਦੀ ਇੱਛਾ ਹੁੰਦੀ ਹੈ, ਫਿਰ ਜਦੋਂ ਉਹਨੂੰ ਸਮਝ ਆ ਜਾਂਦੀ ਫਿਰ ਨਾਰਾਇਣ ਚਾਹੀਦਾ ਇਹਨੂੰ, ਫਿਰ ਆਪਦਾ ਮੂਲ ਚਾਹੀਦਾ। ਮਨ ਨੂੰ ਤਾਂ ਇਹੀ ਚਾਹੀਦਾ ਵਾ, ਪਰ ਉਹ ਗਿਆਨ ਤੋਂ ਬਿਨਾਂ ਇਹ ਮਾਇਆ ਦੇ ਵਿੱਚ ਜੁੜਿਆ ਰਹਿੰਦਾ ਵਾ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਹਾਂ ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੀਆਂ ਦੇ ਆਪਣੇ ਵੱਸ ਤਾਂ ਕੁਛ ਨਹੀਂ ਹੈਗਾ। ਹੁਣ ਇਹਨਾਂ ਦੇ ਆਪਦੇ ਬਸ ਕੋਈ ਨਹੀਂ, ਤਾਂ ਫਿਰ ਇਹ ਸਜ਼ਾ ਕਿਉਂ ਭੁਗਤਦੇ ਨੇ? ਫਿਰ ਇਹ ਪਿੱਛੇ ਵੀ ਇੱਕ ਸਵਾਲ ਨਹੀਂ ਕੀਤਾ ਸੀ ਕਿਸੇ ਨੇ, ਉਹ ਵੀ ਜਦੋਂ ਸਾਰਾ ਕੁਝ ਹੁਕਮ 'ਚ ਹੁੰਦਾ ਵੀ ਸਾਨੂੰ ਪਾਪ ਹੁਣ ਕਿਉਂ ਲੱਗਦਾ? ਇਹ ਵੀ ਸਤਿਗੁਰ ਵੀ ਉਹੀ ਸਮਝਾ ਰਹੇ ਨੇ। ਹਰ ਲੋੜੇ ਸੋ ਕਰੇ, ਸੋਈ ਜੀਓ ਕਰਨ। ਫਿਰ ਸਾਨੂੰ ਦੁੱਖ ਕਿਉਂ ਲੱਗਦੇ ਨੇ? ਦੁੱਖ ਸਾਨੂੰ ਲੱਗਦੇ ਨੇ, ਮਨ ਆਪਦਾ ਹੁਕਮ ਵਰਤਦਾ, ਮਨ ਦਾ ਆਪਦਾ ਹੁਕਮ ਹੈ, ਮੈਂ ਕੁਛ ਕਰ ਸਕਦਾ ਵਾਂ। ਜਦੋਂ ਖੁਦ ਹੀ ਕਹਿੰਦਾ ਮੈਂ ਇਹ ਕੀਤਾ, ਫਿਰ ਸਜ਼ਾ ਤੈਨੂੰ ਮਿਲਣੀ ਆ। ਕੋਰਟ ਜਾ ਕੇ ਵੀ ਮੈਂ ਆਹ ਕਤਲ ਕੀਤਾ, ਤਾਂ ਸਜ਼ਾ ਦਊ ਕੋਰਟ ਇਹਨੂੰ। ਫਿਰ ਬਸ ਇਹਦਾ ਜਿਹੜਾ ਆਪਦਾ ਹੁਕਮ ਆ ਉਹੀ ਤਾਂ ਮਿਟਾਉਣਾ ਵਾ, ਉਹੀ ਤਾਂ ਇਹਦਾ ਕਾਲ ਹੈ। ਫਿਰ ਇਹ ਛੱਡ ਜਾਂਦਾ ਗਿਆਨ ਤੋਂ ਬਾਅਦ, ਸਮਝ ਜਾਂਦਾ ਵੀ ਸਾਰਾ ਕੁਛ ਤਾਂ ਕੁਦਰਤ ਦੀ ਮਰਜ਼ੀ ਨਾਲ ਹੋ ਰਿਹਾ, ਮੇਰਾ ਤਾਂ ਇੱਕ ਭਰਮ ਸੀ, ਉਹਦਾ ਭਰਮ ਨਿਕਲ ਜਾਂਦਾ ਹੈ। ਜੋ ਪ੍ਰਭ ਕੀਤੇ ਆਪਣੇ, ਸੋਈ ਕਹੀਏ ਧਨ। ਉਹ ਤਾਂ ਧਨ ਨੇ, ਫਿਰ ਉਹਨਾਂ ਕੋਲ ਤਾਂ ਨਾਮ ਧਨ ਬਹੁਤ ਹੈ, ਜਿਹਨੂੰ ਉਹਨੇ ਆਪਦਾ ਬਣਾ ਲਿਆ। ਨਾਨਕ ਉਹ ਪਰਮੇਸ਼ਰ ਕੇ ਪਿਆਰੇ। ਆਪਣ ਲੀਆ ਜੇ ਮਿਲੇ,
ਵਿਛੜ ਕਿਉਂ ਰਵਾਨਾ। ਹਾਂ, ਹੁਣ ਇਹ ਸਤਿਗੁਰ ਸਮਝਾਉਂਦੇ ਨੇ, ਕਿਉਂਕਿ ਜਿਹੜੀ ਪਹਿਲਾਂ ਪ੍ਰਚਲਿਤ ਮੱਤਾਂ ਸੀਗੀਆਂ ਇਹ ਪੁੰਨ ਪਾਪ ਦੀਆਂ ਮੱਤਾਂ ਸੀਗੀਆਂ। ਵੀ ਪਿੱਤਰ ਲੋਕ ਬਣਾਤਾ ਉਹਨਾਂ ਨੇ, ਦੇਵ ਲੋਕ ਬਣਾਤਾ, ਕਾਫੀ ਕੁਛ ਬਣਾਤਾ, ਪੁਰੀਆਂ ਬਣਾਤੀਆਂ, ਸ਼ਿਵਪੁਰੀ ਬਣਾਤੀ। ਉਹ ਫਿਰ ਜਦੋਂ ਮਰਨ ਤੋਂ ਬਾਅਦ ਜਿਹੜਾ ਸੀਗਾ ਉਹ ਪੰਡਤ ਨੂੰ ਰੋਟੀ ਕਰਦੇ ਸੀਗੇ, ਜਾਂ ਹੁਣ ਵੀ ਚੱਲਦਾ, ਹੁਣ ਤਰੀਕਾ ਬਦਲ ਕੇ ਗੱਲ ਉਹੀ ਚੱਲ ਰਹੀ ਆ, ਹੁਣ ਦੂਏ ਤਰੀਕੇ ਨਾਲ ਲੈਂਦੇ ਨੇ। ਉਹ ਫਿਰ ਗਾਹਾਂ ਉਹ ਕਹਿੰਦੀ ਵੀ ਜਦੋਂ ਆਪਣੇ ਹੀ ਮਿਲਣਾ ਵਾ ਫਿਰ ਉਹਨੇ ਕਾਹਤੇ ਹੋ, ਮਿਲ ਤਾਂ ਜਾਣਾ ਉਹਨੇ ਅੱਗੇ ਜਾ ਕੇ ਤੁਹਾਨੂੰ। ਪਰ ਉਹ ਜਾਣਦਾ ਸੀ ਵੀ ਇਹ ਗੱਲ ਤਾਂ ਹੈ ਨਹੀਂ ਗੀ, ਆਪਣਾ ਲਿਆ ਜੇ ਮਿਲੇ ਵਿਛੜ ਕੇ ਰੋਂਦੇ ਕਾਹਤੇ ਹੋ ਭਾਈ। ਫਿਰ ਉਹਦਾ ਅੱਗੇ ਬੈਠੇ ਨੇ, ਮਿਲ ਜਾਣਗੇ ਤੁਹਾਨੂੰ। ਉੱਥੇ ਇਹੋ ਜਿਹੀ ਕੋਈ ਗੱਲ ਨਹੀਂ, ਕਿਉਂਕਿ ਝੂਠ ਬੋਲਿਆ ਗਿਆ ਸੀ ਬਹੁਤ, ਉਹ ਗੱਲ ਕੋਈ ਨਹੀਂ। ਉੱਥੇ ਤਾਂ ਪ੍ਰਕਾਸ਼ ਹੈ, ਉੱਥੇ ਸਰੀਰ ਹੈ ਹੀ ਨਹੀਂ। ਜੇ ਆਪਾਂ ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ ਤੇ ਇੱਥੇ ਲੋ ਆਕਾਰ ਤਾਂ ਹੈ, ਪਰ ਚਾਨਣ ਹੈ, ਉਹ ਤਾਂ ਲੋਹ ਹੈ, ਲਾਈਟ ਹੈ, ਪ੍ਰਕਾਸ਼ ਹੈ, ਤਾਂ ਸ਼ਕਤੀ ਹੈ ਇੱਕ। ਉਹ ਫਿਰ ਉਹ ਸਤਿਗੁਰਾਂ ਨੇ ਸਮਝਾ ਕੇ ਆਪਾਂ ਨੂੰ ਦੱਸਿਆ ਵਾ ਵੀ ਭਾਈ ਐਸੀ ਕੋਈ ਗੱਲ ਨਹੀਂ ਹੈਗੀ। ਆਪਣਾ ਲਈਏ ਜੇ ਵਿਛੜ ਕਿਉਂ ਰੋਵਣ, ਰੋਨੇ ਕਾਹਤੋਂ, ਅੱਗੇ ਮਿਲਦਾ ਜਾਣੇ ਨੇ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। ਹਾਂ, ਸਾਧੂ ਸੰਗ ਪ੍ਰਾਪਤੇ, ਸਾਧੂ ਸੰਗ ਅਸੀਂ ਪ੍ਰਾਪਤ ਕਰਨਾ। ਉਹ ਕੀ ਹੈ, ਪਹਿਲਾਂ ਗੁਰ ਸ਼ਬਦ ਸਾਨੂੰ ਵਿਚਾਰ ਹੋ ਗਿਆ, ਅੰਤਰਾਤਮਾ ਦੀ ਆਵਾਜ਼ ਨੂੰ ਸਾਧੂ ਕਿਹਾ ਗਿਆ, ਸੰਤ ਵੀ ਉਹਨੂੰ ਕਿਹਾ ਗਿਆ। ਪਰ ਜਿਹਦੀ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਉਹਨੂੰ ਵੀ ਬਾਣੀ ਸੰਤ ਕਹਿੰਦੀ ਹੈ, ਸਤਿਗੁਰੂ ਵੀ ਕਹਿੰਦੀ ਹੈ, ਕਿਉਂਕਿ ਸਤਿਗੁਰ ਦਾ ਗਿਆਨ ਦਿੰਦਾ ਨਾ, ਉਹ ਸੱਚ ਦਾ ਗਿਆਨ ਦਿੰਦਾ। ਸਰੀਰ ਕਰਕੇ ਨਹੀਂ, ਆਤਮਾ ਕਰਕੇ ਉਹ ਹੁੰਦਾ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ। ਹਾਂ, ਉਹਨੂੰ ਸਤਿਪੁਰਖ ਨੂੰ ਜਾਣ ਲਿਆ। ਹੁਣ ਸਤਿਪੁਰਖ ਤਾਂ ਜੰਮਣ ਬਾਰੇ ਚਾਹੁੰਦਾ ਨਹੀਂ ਹੈਗਾ। ਸਤਿਪੁਰਖ ਮੇਰਾ ਸਦਾ ਸਦਾ, ਉਹ ਆਵੇ ਨਾ ਜਾਏ, ਉਹ ਬਨਾਸੀ ਪੁਰਖ ਹੈ, ਸਭ ਮੇ ਰਿਹਾ ਸਮਾਈ। ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੇ ਭਾਗ ਮਥਨ। ਹਾਂ, ਉਹਨਾਂ ਦੇ ਭਾਗ ਮਥਨ ਨੇ, ਉਹਨਾਂ 'ਤੇ ਕਿਰਪਾ ਹੋ ਚੁੱਕੀ ਹੈ, ਜਿਹੜੇ ਅੰਤਰਾਤਮਾ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਨਾਮ ਧਨ ਦੀ ਪ੍ਰਾਪਤੀ ਹੋ ਗਈ, ਉਹ ਭਾਗਾਂ ਵਾਲੇ ਨੇ ਭਾਈ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰਨਾ ਵਾ। ਇਹ ਜਿੰਨੇ ਵੀ ਮਹੀਨੇ, ਦਿਨ, ਹਫ਼ਤੇ, ਅੱਖਰ ਸਾਰੇ ਸਤਿਗੁਰਾਂ ਨੇ ਬੜੀ ਰਹਿਮਤ ਕੀਤੀ ਹੈ, ਸੰਸਾਰ ਨੂੰ ਗਿਆਨ ਦਾ ਸਮੁੰਦਰ ਦਿੱਤਾ ਵਾ। ਇਹ ਸਾਰੇ ਬ੍ਰਹਮ ਗਿਆਨ 'ਚ ਬਦਲੇ ਹੋਏ ਨੇ। ਇਹ ਮਾਇਆ ਦਾ ਜਿੰਨਾ ਵੀ ਗਿਆਨ ਆਪਾਂ ਲੈਨੇ, ਇਹ ਨਿਰਾਕਾਰ ਦੁਨੀਆ ਨੂੰ ਸਮਝਾਉਣ ਖਾਤਰ ਵਾ। ਮਾਇਆ ਛੱਡ ਦੇਣੀ ਹੈ ਅਤੇ ਨਿਰਾਕਾਰ ਦੁਨੀਆ ਦਾ ਅਸੀਂ ਗਿਆਨ ਲੈਣਾ, ਆਤਮਾ ਦੀ ਗਤੀ ਹੋ ਜਾਣੀ ਹੈ। ਜੇ ਆਪਾਂ ਸਤਿਗੁਰਾਂ ਦੇ ਵਚਨ ਲਈਏ, ਸੰਤ ਕੇ ਚਰਨ ਧੋਏ ਧੋਏ ਪੀਓ, ਦਾ ਵੀ ਭਾਵ ਇਹੀ ਹੈ। ਸੰਤ ਦਾ ਜਿਹੜਾ ਗਿਆਨ ਆ ਉਹ ਆਪਾਂ ਲੈਣਾ ਵਾ, ਜਿਹੜੀ ਮਾਇਆ ਵਾ ਇਹ ਛੱਡ ਦੇਣੀ ਹੈ। ਮਾਇਆ ਦਾ ਗਿਆਨ ਤਾਂ ਸਾਨੂੰ ਸਮਝਣ ਖਾਤਰ ਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।